ਹੈਲੋ ਫਰੈਂਡਸ, ਮੈਂ ਕਰਮਵੀਰ ਸਿੰਘ ਸਵਾਗਤ ਕਰਦਾ ਜੀ ਤੁਹਾਡਾ ਸਭ ਦਾ ਤੁਹਾਡੇ ਆਪਣੇ ਚੈਨਲ ਪੰਜਾਬ ਐਜੂਕੇਸ਼ਨ ਬਾਈ ਕਰਮ ਉੱਪਰ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪੜ੍ਹਨ ਜਾ ਰਹੇ ਹਾਂ ਜੀ ਅਕਬਰ ਦਾ ਇਤਿਹਾਸ। ਇਹ ਜੋ ਅਕਬਰ ਸ਼ਾਸਕ ਹੈ ਜੀ, ਇਹ ਮੱਧਕਾਲੀਨ ਭਾਰਤੀ ਇਤਿਹਾਸ ਦਾ ਇੱਕ ਸ਼ਾਸਕ ਹੈ ਅਤੇ ਮੁਗਲ ਵੰਸ਼ ਦਾ ਰਿਲੇਟਡ ਇੱਕ ਸ਼ਾਸਕ ਹੈ ਜੀ। ਮੁਗਲ ਵੰਸ਼ ਦੇ ਦੋ ਸ਼ਾਸਕ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ, ਜਿਸ ਦੇ ਵਿੱਚ ਪਹਿਲਾ ਸੀ ਜੀ ਬਾਬਰ, ਜਿਸ ਨੇ ਮੁਗਲ ਵੰਸ਼ ਦੀ ਸਥਾਪਨਾ ਕੀਤੀ ਸੀ, ਅਤੇ ਦੂਸਰਾ ਸ਼ਾਸਕ ਸੀ ਜੀ ਹੁਮਾਯੂੰ। ਹੁਮਾਯੂੰ ਤੋਂ ਬਾਅਦ ਆਪਾਂ ਜੀ ਸ਼ੇਰ ਸ਼ਾਹ ਸੂਰੀ ਦੀਆਂ ਦੋ ਵੀਡੀਓਜ਼ ਕੀਤੀਆਂ ਨੇ, ਅਤੇ ਹੁਣ ਆਪਾਂ ਪੜ੍ਹਨ ਜਾ ਰਹੇ ਹਾਂ ਜੀ ਮੁਗਲ ਵੰਸ਼ ਦੇ ਅੱਜ ਦੇ ਤੀਸਰੇ ਸ਼ਾਸਕ ਨੂੰ, ਜਿਸ ਦਾ ਨਾਂ ਸੀ ਅਕਬਰ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਅਕਬਰ ਦੇ ਬਾਰੇ ਡਿਟੇਲ ਦੇ ਨਾਲ ਪੜ੍ਹਾਂਗੇ। ਅਕਬਰ ਨੂੰ ਜੀ ਅਕਬਰ ਮਹਾਨ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦੇ ਵੀ ਦੋ ਪਾਰਟ ਆਉਣਗੇ ਜੀ, ਜਿਸ ਤਰ੍ਹਾਂ ਸ਼ੇਰ ਸ਼ਾਹ ਸੂਰੀ ਦੀ ਵੀਡੀਓ ਦੇ ਦੋ ਪਾਰਟ ਆਏ ਸੀ। ਅੱਜ ਦੀ ਵੀਡੀਓ ਹੈ ਜੋ ਇਹ ਅਕਬਰ ਦੇ ਇਤਿਹਾਸ ਦਾ ਪਹਿਲਾ ਪਾਰਟ ਹੈ ਜੀ। ਇਹ ਜੋ ਵੀਡੀਓ ਹੈ PS ਟੈਟ, ਸੀ ਟੈਟ, ਮਾਸਟਰ ਕਾਡਰ ਅਤੇ ਹੋਰ ਵੀ ਜਿੰਨੇ ਵੀ ਕੰਪੀਟੀਟਿਵ ਐਗਜ਼ਾਮ ਹੁੰਦੇ ਆ ਜੀ ਪੰਜਾਬ ਦੇ ਵਿੱਚ, ਜਿਨ੍ਹਾਂ ਦੇ ਵਿੱਚ ਹਿਸਟਰੀ ਪੁੱਛੀ ਜਾਂਦੀ ਹੈ, ਉਹਨਾਂ ਸਭ ਲਈ ਬਹੁਤ ਇੰਪੋਰਟੈਂਟ ਹੈ ਜੀ। ਇਸ ਲਈ ਇਸ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਐਂਡ ਤੱਕ ਜ਼ਰੂਰ ਦੇਖਣਾ ਹੈ। ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਜੀ ਪੰਜਾਬ ਐਜੂਕੇਸ਼ਨ ਚੈਨਲ ਨੂੰ ਜੇਕਰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜੀ ਨਾਲ ਵਾਲਾ ਬੈਲ ਆਈਕਨ ਪ੍ਰੈਸ ਕਰ ਲਓ, ਤਾਂ ਕਿ ਜਦੋਂ ਵੀ ਕੋਈ ਨਵੀਂ ਵੀਡੀਓ ਅਪਲੋਡ ਹੋਵੇ ਤਾਂ ਤੁਹਾਡੇ ਤੱਕ ਨੋਟੀਫਿਕੇਸ਼ਨ ਆ ਜਾਵੇ ਤੇ ਤੁਸੀਂ ਕਿਸੇ ਵੀ ਵੀਡੀਓ ਨੂੰ ਮਿਸ ਨਾ ਕਰੋ। ਪੰਜਾਬ ਐਜੂਕੇਸ਼ਨ ਚੈਨਲ ਤੇ ਜੀ ਜਿੰਨੀਆਂ ਵੀ ਵੀਡੀਓਜ਼ ਮਿਲਦੀਆਂ ਨੇ, ਇਹਨਾਂ ਦੇ ਸਭ ਦੇ ਤੁਹਾਨੂੰ ਫ੍ਰੀ ਆਫ ਕਾਸਟ PDF ਮਿਲ ਜਾਣਗੇ। ਉਸ ਦੇ ਲਈ ਕਰਨਾ ਕੀ ਹੈ ਜੀ, ਤੁਸੀਂ ਪੰਜਾਬ ਐਜੂਕੇਸ਼ਨ ਚੈਨਲ ਨੂੰ ਟੈਲੀਗ੍ਰਾਮ ਐਪ ਤੇ ਜੁਆਇਨ ਕਰਨਾ ਹੈ, ਜਿਸ ਦਾ ਲਿੰਕ ਤੁਹਾਨੂੰ ਨੀਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ। ਜੇਕਰ ਉਹ ਲਿੰਕ ਨਾ ਚੱਲੇ ਤਾਂ ਜੀ ਤੁਸੀਂ ਐਪ ਤੇ ਜਾ ਕੇ ਟੈਲੀਗ੍ਰਾਮ ਐਪ ਤੇ ਜਾ ਕੇ ਪੰਜਾਬ ਐਜੂਕੇਸ਼ਨ ਸਰਚ ਕਰਨਾ ਹੈ, ਉੱਥੇ ਆਪਣਾ ਚੈਨਲ ਆ ਜਾਏਗਾ ਜੀ। ਉਸ ਨੂੰ ਤੁਸੀਂ ਜੁਆਇਨ ਕਰਕੇ ਸਾਰੀਆਂ ਹੀ ਵੀਡੀਓਜ਼ ਦੇ ਜੋ PDF ਆ ਉਹ ਫ੍ਰੀ ਆਫ ਕਾਸਟ ਲੈ ਸਕਦੇ ਹੋ। ਹੁਣ ਸ਼ੁਰੂ ਕਰਦੇ ਹਾਂ ਜੀ ਆਪਾਂ ਅੱਜ ਦੀ ਆਪਣੀ ਇਹ ਵੀਡੀਓ। ਸਭ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਜੀ ਉਹਨਾਂ ਮੇਨ ਪੁਆਇੰਟਸ ਨੂੰ, ਜਿਨ੍ਹਾਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਵਰ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਤਾਂ ਨਾਮ ਦੇਖੋ ਜੀ, ਜੋ ਅਕਬਰ ਹੈ ਇਸ ਦਾ ਪੂਰਾ ਨਾਮ ਕੀ ਹੈ। ਇਹ ਕਈ ਵਾਰ ਪੁੱਛਿਆ ਜਾਂਦਾ ਹੈ ਕਿ ਸ਼ਾਸਕਾਂ ਦੇ ਪੂਰੇ ਨਾਮ ਕੀ ਨੇ, ਤੇ ਇਹਨਾਂ ਦਾ ਪੂਰਾ ਨਾਮ ਹੈ ਜੀ ਜਲਾਲੂਦੀਨ ਮੁਹੰਮਦ ਅਕਬਰ। ਅਕਬਰ ਦਾ ਪੂਰਾ ਨਾਮ ਹੈ ਜੀ ਜਲਾਲੂਦੀਨ ਮੁਹੰਮਦ ਅਕਬਰ। ਇਹ ਨਾਮ ਤੁਸੀਂ ਜ਼ਰੂਰ ਯਾਦ ਰੱਖਣਾ। ਸਭ ਤੋਂ ਪਹਿਲਾ ਪੁਆਇੰਟ 'ਚ ਆਪਾਂ ਦੇਖਾਂਗੇ ਜੀ ਕਿ ਅਕਬਰ ਦਾ ਜਨਮ ਕਿੱਥੇ ਹੋਇਆ ਅਤੇ ਉਸ ਦੇ ਮਾਤਾ ਪਿਤਾ ਕੌਣ ਸੀ। ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਅਕਬਰ ਦੇ ਗੱਦੀ ਪ੍ਰਾਪਤ ਕਰਨ ਦੀ ਜੋ ਘਟਨਾ ਸੀ, ਉਹ ਕਦੋਂ ਉਹ ਗੱਦੀ ਪ੍ਰਾਪਤ ਕਰਦਾ ਹੈ, ਕਦੋਂ ਉਹ ਸ਼ਾਸਕ ਬਣਦਾ ਹੈ। ਇਸ ਤੋਂ ਬਾਅਦ ਜੀ ਇੱਕ ਇੰਪੋਰਟੈਂਟ ਯੁੱਧ ਬਾਰੇ ਅੱਜ ਆਪਾਂ ਪੜ੍ਹਾਂਗੇ, ਜਿਸ ਨੂੰ ਕਿਹਾ ਜਾਂਦਾ ਹੈ ਜੀ ਪਾਣੀਪਤ ਦਾ ਦੂਜਾ ਯੁੱਧ, ਜੋ ਹੋਇਆ ਸੀ ਜੀ 5 ਨਵੰਬਰ 1556 ਈਸਵੀ ਨੂੰ। ਇਸ ਦੇ ਬਾਰੇ ਪੜ੍ਹਨ ਤੋਂ ਬਾਅਦ ਆਪਾਂ ਵੇਖਾਂਗੇ ਜੀ ਕਿ ਬੈਰਮ ਖਾਂ ਦਾ ਅੰਤ ਹੋਇਆ ਜੋ 1560 ਈਸਵੀ ਦੇ ਵਿੱਚ। ਇਹ ਬੈਰਮ ਖਾਂ ਕੌਣ ਸੀ, ਇਸ ਦੇ ਬਾਰੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਡਿਟੇਲ ਨਾਲ ਜਾਣਾਂਗੇ। ਇਸ ਤੋਂ ਬਾਅਦ ਇੱਕ ਜੀ ਪੇਟੀਕੋਟ ਸ਼ਾਸਨ ਦਾ ਸਮਾਂ ਆਉਂਦਾ ਹੈ ਅਕਬਰ ਦੇ ਜੀਵਨ ਦੇ ਵਿੱਚ, ਜੋ 1560 ਤੋਂ ਲੈ ਕੇ 1564 ਈਸਵੀ ਤੱਕ ਦਾ। ਇਹ ਕੀ ਸੀ, ਇਸ ਦੇ ਬਾਰੇ ਵੀ ਆਪਾਂ ਡਿਟੇਲ ਦੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ। ਅੰਤ ਦੇ ਵਿੱਚ ਆਪਾਂ ਦੇਖਾਂਗੇ ਜੀ ਕਿ ਅਕਬਰ ਨੇ ਕਿਸ ਤਰ੍ਹਾਂ ਆਪਣੇ ਸਾਮਰਾਜ ਦਾ ਵਿਸਤਾਰ ਕੀਤਾ, ਅਤੇ ਐਂਡ ਦੇ ਵਿੱਚ ਆਪਾਂ ਪੜ੍ਹਾਂਗੇ ਜੀ ਕਿ ਅਕਬਰ ਦੀ ਮੌਤ ਜੋ 1605 ਈਸਵੀ ਦੇ ਵਿੱਚ ਹੋਈ ਹੈ, ਉਹ ਕਿੱਥੇ ਹੋਈ ਹੈ ਅਤੇ ਕਿਵੇਂ ਹੋਈ ਹੈ। ਇਹਨਾਂ ਸਾਰੇ ਪੁਆਇੰਟਸ ਨੂੰ ਜੀ ਇੱਕ ਇੱਕ ਕਰਕੇ ਹੁਣ ਆਪਾਂ ਡਿਟੇਲ ਦੇ ਨਾਲ ਪੜ੍ਹਦੇ ਹਾਂ। ਸ਼ੁਰੂ ਕਰਦੇ ਹਾਂ ਜੀ ਆਪਾਂ ਪਹਿਲੇ ਪੁਆਇੰਟ ਤੋਂ। ਜਲਾਲੂਦੀਨ ਮੁਹੰਮਦ ਅਕਬਰ ਬਾਰੇ ਜੀ ਕੁਝ ਕੀ ਪੁਆਇੰਟਸ ਦੇਖ ਲੈਂਦੇ ਆਪਾਂ, ਜੋ ਆਪਾਂ ਨੂੰ ਇੱਦਾਂ ਹੀ ਬਸ ਇੱਕ ਇੱਕ ਲਾਈਨ ਦੇ ਵਿੱਚ ਹੀ ਯਾਦ ਰੱਖਣ ਦੀ ਜ਼ਰੂਰਤ ਆ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਕਿ ਜੋ ਅਕਬਰ ਹੈ ਇਸ ਦਾ ਜਨਮ ਕਦੋਂ ਹੋਇਆ, ਅਤੇ ਇਹਦਾ ਜਨਮ ਹੋਇਆ ਜੀ 15 ਅਕਤੂਬਰ 1542 ਈਸਵੀ ਨੂੰ। ਠੀਕ ਹੈ ਜੀ, 1542 ਈਸਵੀ ਨੂੰ ਹੋਇਆ। ਜੋ ਇਸ ਦੇ ਪਿਤਾ ਹੈ ਜੀ, ਉਸ ਦਾ ਨਾਂ ਸੀ ਹੁਮਾਯੂੰ, ਅਤੇ ਜੋ ਇਸ ਦੀ ਮਾਤਾ ਸੀ ਉਸ ਦਾ ਨਾਂ ਸੀ ਹਮੀਦਾ ਬਾਨੋ ਬੇਗਮ। ਜੇਕਰ ਗੱਲ ਕਰੀਏ ਜੀ ਕਿ ਅਕਬਰ ਦਾ ਜਨਮ ਸਥਾਨ ਕਿਹੜਾ ਸੀ, ਤਾਂ ਇਹ ਸੀ ਜੀ ਅਮਰਕੋਟ। ਅਤੇ ਜੋ ਰਾਜਾ ਜਿਸ ਦੇ ਘਰ ਜਨਮ ਹੋਇਆ ਜੀ, ਉਸ ਦੇ ਬਾਰੇ ਵੀ ਕਈ ਵਾਰ ਪ੍ਰਸ਼ਨ ਪੁੱਛ ਲਏ ਜਾਂਦੇ ਆ, ਤਾਂ ਉਹ ਸੀ ਜੀ ਵੀਰਸ਼ਾਲ। ਵੀਰਸ਼ਾਲ ਨਾਮ ਦਾ ਰਾਜਾ ਸੀ, ਉਸ ਦੇ ਘਰ ਸੀ ਅਮਰਕੋਟ ਦੇ ਵਿੱਚ, ਜਿੱਥੇ ਅਕਬਰ ਦਾ ਜਨਮ ਹੋਇਆ। ਇਸ ਨੂੰ ਵੀ ਤੁਸੀਂ ਘਟਨਾ ਨੂੰ ਥੋੜ੍ਹਾ ਜਿਹਾ ਸਮਝੋ ਜੀ। ਜਦੋਂ ਹੁਮਾਯੂੰ ਦੀ ਇੱਧਰੋਂ ਸ਼ੇਰ ਸ਼ਾਹ ਸੂਰੀ ਤੋਂ ਯੁੱਧ ਹਾਰ ਜਾਂਦਾ ਭਾਰਤ ਦੇ ਵਿੱਚੋਂ, ਤਾਂ ਉਹ ਆਪਣੀ ਜਾਨ ਬਚਾਉਣ ਦੇ ਲਈ ਸਿੰਧ ਪ੍ਰਦੇਸ਼ ਦੇ ਵਿੱਚ ਚਲਾ ਜਾਂਦਾ। ਉਹ 1540 ਈਸਵੀ ਦੇ ਵਿੱਚ ਯੁੱਧ ਦੇ ਵਿੱਚੋਂ ਹਾਰ ਕੇ ਭਾਰਤ ਦੇ ਵਿੱਚੋਂ ਸਿੰਧ ਪ੍ਰਦੇਸ਼ 'ਚ ਗਿਆ ਸੀ, ਅਤੇ ਉੱਥੇ ਜਾ ਕੇ ਜੀ 1541 ਦੇ ਵਿੱਚ ਜੋ ਹੁਮਾਯੂੰ ਹੁੰਦਾ ਉਹ ਵਿਆਹ ਕਰਵਾਉਂਦਾ, ਅਤੇ 1542 ਨੂੰ ਹੀ ਉਸ ਦੇ ਘਰ ਅਕਬਰ ਦਾ ਜਨਮ ਹੁੰਦਾ ਹੈ ਜੀ। ਠੀਕ ਹੈ, ਇਸੇ ਲਈ ਜੋ ਅਕਬਰ ਦਾ ਜਨਮ ਹੈ ਇਹ ਸਿੰਧ ਪ੍ਰਦੇਸ਼ ਦੇ ਵਿੱਚ ਅਮਰਕੋਟ ਸਥਾਨ 'ਤੇ ਹੋਇਆ ਸੀ, ਨਾ ਕਿ ਭਾਰਤ ਦੇ ਵਿੱਚ ਹੋਇਆ ਸੀ। ਇਹ ਕਈ ਵਾਰ ਪ੍ਰਸ਼ਨ ਇਸੇ ਲਈ ਪੁੱਛਿਆ ਜਾਂਦਾ ਕਿਉਂਕਿ ਇਸ ਦਾ ਜਨਮ ਭਾਰਤ ਤੋਂ ਬਾਹਰ ਹੋਇਆ ਸੀ। ਠੀਕ ਹੈ ਜੀ। ਅਤੇ ਜੇਕਰ ਗੱਲ ਕਰੀਏ ਅਕਬਰ ਦੀ ਪਤਨੀ ਬਾਰੇ, ਤਾਂ ਇਸ ਦੀਆਂ ਜੀ ਕਾਫੀ ਪਤਨੀਆਂ ਸੀ, ਕਿਉਂਕਿ ਰਾਜੇ ਜੋ ਪਹਿਲਾਂ ਵਾਲੇ ਹੁੰਦੇ ਸੀ ਉਹ 3-4 ਵਿਆਹ ਤੱਕ ਕਰਵਾ ਹੀ ਲੈਂਦੇ ਸੀ, ਮਾਮੂਲੀ ਹੁੰਦਾ ਸੀ। ਪਰ ਜੋ ਜ਼ਿਆਦਾ ਮੇਨ ਆ ਜੀ, ਜਿਸ ਦਾ ਨਾਮ ਆਪਾਂ ਨੂੰ ਪੁੱਛ ਲਿਆ ਜਾਂਦਾ ਜਾਂ ਜਿਸ ਬਾਰੇ ਆਪਾਂ ਨੂੰ ਪਤਾ ਹੋਣਾ ਚਾਹੀਦਾ, ਤਾਂ ਉਹ ਸੀ ਜੀ ਜੋਧਾ ਬਾਈ, ਜੋ ਇੱਕ ਰਾਜਪੂਤ ਇਸਤਰੀ ਸੀ ਜੀ। ਉਹ ਰਾਜਪੂਤ ਸੀ, ਜਿਸ ਦੇ ਨਾਲ ਵਿਆਹ ਕਰਵਾ ਕੇ ਇਹਨਾਂ ਨੇ ਰਾਜਪੂਤਾਂ ਦੇ ਨਾਲ ਵਿਆਹ ਸੰਬੰਧ ਸਥਾਪਿਤ ਕੀਤੇ ਸੀ ਜੀ ਅਕਬਰ ਨੇ। ਹੁਣ ਗੱਲ ਕਰ ਲੈਂਦੇ ਜੀ ਅਕਬਰ ਦੀ ਸਿੱਖਿਆ ਬਾਰੇ। ਤਾਂ ਜੋ ਅਕਬਰ ਸੀ ਜੀ ਇੱਕ ਅਨਪੜ੍ਹ ਸ਼ਾਸਕ ਸੀ, ਪਰ ਇਸ ਦੇ ਨਾਲ ਨਾਲ ਇਹ ਨਹੀਂ ਸੀ ਕਿ ਅਨਪੜ੍ਹ ਸੀ ਅਤੇ ਉਸ ਨੂੰ ਕਿਸੇ ਗੱਲ ਦਾ ਪਤਾ ਨਹੀਂ ਸੀ। ਇਹ ਬਹੁਤ ਹੀ ਤੇਜ਼ ਬੁੱਧੀ ਵਾਲਾ ਸੀ, ਗਿਆਨੀ ਸੀ, ਅਤੇ ਯੁੱਧ ਕਲਾ ਦੇ ਵਿੱਚ ਨਿਪੁੰਨ ਸੀ। ਇਸ ਲਈ ਜੀ ਇਸ ਨੇ ਐਡਾ ਵੱਡਾ ਸਾਮਰਾਜ ਆਪਣਾ ਸੰਭਾਲਿਆ, ਅਤੇ ਸਾਰੀਆਂ ਜੋ ਨੀਤੀਆਂ ਸੀ ਉਸ ਨੂੰ ਬਹੁਤ ਵਧੀਆ ਤਰੀਕੇ ਬਣਾਇਆ ਅਤੇ ਉਹਨਾਂ ਨੂੰ ਲਾਗੂ ਵੀ ਕੀਤਾ। ਇਸ ਲਈ ਅਕਬਰ ਨੂੰ ਅਕਬਰ ਮਹਾਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਅਕਬਰ ਦੇ ਜੀਵਨ ਦੇ ਵਿੱਚ ਜੀ ਇੱਕ ਹੋਰ ਬਹੁਤ ਮੁੱਖ ਬੰਦਾ ਹੈ, ਜਿਸ ਨੂੰ ਉਸ ਦਾ ਸੰਰਖਿਅਕ ਵੀ ਕਹਿ ਸਕਦੇ ਹਾਂ ਜੀ ਆਪਾਂ, ਪ੍ਰਧਾਨ ਮੰਤਰੀ ਵੀ ਅਤੇ ਵਜ਼ੀਰ ਵੀ। ਉਸ ਦਾ ਨਾਮ ਸੀ ਜੀ ਬੈਰਮ ਖਾਂ।
ਠੀਕ ਹੈ ਜੀ। ਬੈਰਮ ਖਾਂ ਦੇ ਬਾਰੇ ਆਪਾਂ ਕਾफ़ी डिटेल ਨਾਲ ਅੱਜ ਦੀ ਵੀਡੀਓ ਦੇ ਵਿੱਚ ਪੜਾਂਗੇ। ਅਤੇ ਜੋ ਅਕਬਰ ਦਾ ਉੱਤਰਾਧਿਕਾਰੀ ਬਣਿਆ ਜੀ ਉਸ ਦਾ ਨਾਮ ਸੀ ਜਹਾਂਗੀਰ। ਉੱਤਰਾਧਿਕਾਰੀ ਦਾ ਮੀਨਿੰਗ ਹੈ ਜੀ ਕਿ ਜੋ ਅਕਬਰ ਤੋਂ ਬਾਅਦ ਅਗਲਾ ਸ਼ਾਸਕ ਬਣਿਆ ਉਹ ਸੀ ਜਹਾਂਗੀਰ। ਜੋ ਅਕਬਰ ਦਾ ਪੁੱਤਰ ਸੀ ਜਹਾਂਗੀਰ ਉਹ ਹੀ ਅਗਲਾ ਜਾ ਕੇ ਸ਼ਾਸਕ ਬਣਦਾ ਹੈ ਜੀ ਮੁਗਲ ਵੰਸ਼ ਦਾ। ਅਕਬਰ ਦੇ ਜਨਮ ਅਤੇ ਮਾਤਾ ਪਿਤਾ ਬਾਰੇ ਜਾਣਨ ਤੋਂ ਬਾਅਦ ਹੁਣ ਆਪਾਂ ਵੇਖਦੇ ਹਾਂ ਜੀ ਕਿ ਅਕਬਰ ਨੂੰ ਗੱਦੀ ਕਿਸ ਤਰ੍ਹਾਂ ਪ੍ਰਾਪਤ ਹੋਈ, ਯਾਨੀ ਕਿ ਉਹ ਕਿਸ ਤਰ੍ਹਾਂ ਸ਼ਾਸਕ ਬਣਿਆ। ਇਸ ਬਾਰੇ ਪੜ੍ਹਨ ਤੋਂ ਪਹਿਲਾਂ ਜੀ ਇੱਕ ਤੁਹਾਡੇ ਲਈ ਰਿਕੁਐਸਟ ਆ ਛੋਟੀ ਜੀ ਕਿ ਤੁਸੀਂ ਇੱਕ ਪੈਨ ਕਾਪੀ ਚੱਕ ਲਓ, ਕਿਉਂਕਿ ਤੁਹਾਡੇ ਤੋਂ ਕੁਝ ਪ੍ਰਸ਼ਨ ਪੁੱਛੇ ਜਾਣਗੇ ਜੀ, ਉਹਨਾਂ ਨੂੰ ਤੁਸੀਂ ਨੋਟ ਕਰ ਲੈਣਾ। ਤਾਂ ਜਦੋਂ ਵੀਡੀਓ ਕੰਪਲੀਟ ਹੋ ਜਾਏਗੀ, ਖਤਮ ਹੋ ਜਾਏਗੀ ਜੀ, ਉਸ ਤੋਂ ਬਾਅਦ ਤੁਸੀਂ ਕਮੈਂਟਸ ਦੇ ਵਿੱਚ ਉਸ ਦੇ ਆਨਸਰ ਜ਼ਰੂਰ ਦੇਣੇ ਆ। ਜਦੋਂ ਵੀ ਤੁਸੀਂ ਵੀਡੀਓ ਦੇਖੋ, ਅੱਜ ਦੇਖੋ ਜੀ, ਅੱਜ ਤੋਂ 10 ਦਿਨ ਬਾਅਦ ਦੇਖੋ, 2 ਮਹੀਨੇ ਬਾਅਦ ਦੇਖੋ, ਚਾਹੇ 1 ਸਾਲ ਬਾਅਦ ਦੇਖੋ, ਪਰ ਜਦੋਂ ਵੀ ਤੁਹਾਨੂੰ ਆਨਸਰ ਪਤਾ ਲੱਗਦਾ, ਠੀਕ ਹੈ, ਤੁਸੀਂ ਵੀਡੀਓ ਨੂੰ ਦੇਖਦੇ ਆ ਤਾਂ ਤੁਸੀਂ ਉਸ ਦੇ ਬਾਅਦ ਉਹ ਆਨਸਰ ਕਮੈਂਟਸ ਦੇ ਵਿੱਚ ਜ਼ਰੂਰ ਦੱਸਣੇ। ਠੀਕ ਹੈ ਜੀ, ਹੁਣ ਆਪਾਂ ਪੜ੍ਹਦੇ ਹਾਂ। ਅਕਬਰ ਦਾ ਜਨਮ ਹੁਮਾਯੂੰ ਦੇ ਨਿਰਵਾਸਿਤ ਜੀਵਨ ਸਮੇਂ 15 ਅਕਤੂਬਰ 1542 ਈਸਵੀ ਨੂੰ ਜੀ ਸਿੰਧ ਪ੍ਰਦੇਸ਼ ਵਿੱਚ ਰਾਜਾ ਵੀਰ ਸਾਲ ਦੇ ਘਰ ਅਮਰਕੋਟ ਵਿੱਚ ਹੋਇਆ ਸੀ। ਇਹ ਗੱਲ ਆਪਾਂ ਨੂੰ ਕਲੀਅਰ ਹੈ ਜੀ, ਕਿਉਂ ਹੋਇਆ ਸੀ? ਕਿਉਂਕਿ ਹੁਮਾਯੂੰ ਉਸ ਸਮੇਂ ਸਿੰਧ ਪ੍ਰਦੇਸ਼ ਦੇ ਵਿੱਚ ਰਹਿੰਦਾ ਸੀ, ਇਸ ਲਈ ਜੀ ਹੁਮਾਯੂੰ ਨੇ ਉੱਥੇ ਵਿਆਹ ਕਰਵਾਇਆ, ਉੱਥੇ ਉਸ ਦੇ ਘਰ ਬੱਚਾ ਹੋਇਆ। ਹੁਮਾਯੂੰ ਨੇ ਜੀ 1555 ਈਸਵੀ ਦੇ ਵਿੱਚ ਸਿਕੰਦਰ ਸੂਰ ਨੂੰ ਸਰਹੰਦ ਦੇ ਯੁੱਧ ਵਿੱਚ ਹਰਾ ਕੇ ਦਿੱਲੀ 'ਤੇ ਅਧਿਕਾਰ ਕਰ ਲਿਆ। ਕਿਉਂਕਿ ਜੋ ਹੁਮਾਯੂੰ ਹੈ ਇਸਨੇ 1555 ਈਸਵੀ ਦੇ ਵਿੱਚ ਦੁਬਾਰਾ ਤੋਂ ਭਾਰਤ ਦੇ ਵਿੱਚ ਮੁਗਲ ਵੰਸ਼ ਦੀ ਸਥਾਪਨਾ ਕੀਤੀ ਸੀ। ਇਸ ਲਈ ਜੀ ਉਸਨੇ ਜੋ ਭਾਰਤ ਦੇ ਵਿੱਚ ਉਸ ਸਮੇਂ ਸੂਰਵੰਸ਼ ਚੱਲ ਰਿਹਾ ਸੀ ਜਾਂ ਸੂਰਵੰਸ਼ ਦਾ ਸ਼ਾਸਨ ਸੀ, ਉਸਨੂੰ ਖਤਮ ਕੀਤਾ ਸੀ। ਅਤੇ ਇੱਥੇ ਜੀ ਹੁਮਾਯੂੰ ਨੇ 2 ਯੁੱਧ ਕੀਤੇ ਸੀ ਭਾਰਤ ਦੇ ਵਿੱਚ ਉਸ ਸਮੇਂ ਐਂਟਰ ਹੋਣ ਲਈ। ਇੱਕ ਤਾਂ ਸੀ ਜੀ ਸਰਹੰਦ ਦਾ ਯੁੱਧ, ਅਤੇ ਦੂਸਰਾ ਯੁੱਧ ਕੀ ਸੀ ਜੀ ਉਹ ਤੁਸੀਂ ਦੱਸਣਾ ਹੈ। ਇਹ ਪ੍ਰਸ਼ਨ ਤੁਸੀਂ ਨੋਟ ਕਰ ਲਓ। ਪਹਿਲਾ ਪ੍ਰਸ਼ਨ ਤੁਹਾਡੇ ਲਈ ਇਹ ਹੈ ਜੀ। ਠੀਕ ਹੈ ਜੀ, ਹੁਮਾਯੂੰ ਭਾਰਤ ਦੇ ਵਿੱਚ ਐਂਟਰ ਹੋ ਜਾਂਦਾ 1555 ਈਸਵੀ ਦੇ ਵਿੱਚ, ਅਤੇ ਉਹ ਦੁਬਾਰਾ ਤੋਂ ਮੁਗਲ ਵੰਸ਼ ਦਾ ਭਾਰਤ ਦੇ ਵਿੱਚ ਸਥਾਪਨਾ ਕਰ ਦਿੰਦਾ ਹੈ। ਪਰ ਅਗਲੇ ਹੀ ਸਾਲ 1556 ਈਸਵੀ ਨੂੰ ਜੀ ਹੁਮਾਯੂੰ ਦੀ ਮੌਤ ਹੋ ਜਾਂਦੀ ਹੈ। ਉਸ ਦੀ ਅਚਾਨਕ ਮੌਤ ਹੋ ਗਈ ਸੀ। ਇਸ ਲਈ ਜੀ 14 ਫਰਵਰੀ 1556 ਈਸਵੀ ਨੂੰ ਕਲਾਨੌਰ ਪੰਜਾਬ ਦੇ ਵਿੱਚ ਅਕਬਰ ਦਾ ਰਾਜ ਤਿਲਕ ਕੀਤਾ ਗਿਆ। ਪੰਜਾਬ ਦੇ ਵਿੱਚ ਅਕਬਰ ਦਾ ਕਿਉਂ ਰਾਜ ਤਿਲਕ ਕੀਤਾ ਗਿਆ ਜੀ? ਕਿਉਂਕਿ ਅਕਬਰ ਉਸ ਸਮੇਂ ਪੰਜਾਬ ਦੇ ਖੇਤਰ ਦਾ ਕਲਾਨੌਰ ਦੇ ਵਿੱਚ ਰਹਿ ਰਿਹਾ ਸੀ ਜੀ, ਉੱਥੋਂ ਦੇ ਖੇਤਰ ਦਾ ਉਹ ਰਾਜ ਭਾਗ ਸੰਭਾਲ ਰਿਹਾ ਸੀ, ਯਾਨੀ ਕਿ ਉੱਥੋਂ ਦਾ ਸੂਬੇਦਾਰ ਕਹਿ ਸਕਦੇ ਹਾਂ ਜਾਂ ਕੋਈ ਅਧਿਕਾਰੀ ਸੀ, ਪਰ ਉਹ ਪੰਜਾਬ ਦੇ ਖੇਤਰ ਦੇ ਵਿੱਚ ਉਸ ਸਮੇਂ ਜੋ ਸਾਮਰਾਜ ਨੂੰ ਸੰਭਾਲਣ ਦਾ ਕੰਮ ਅਕਬਰ ਕਰ ਰਿਹਾ ਸੀ। ਇਸ ਲਈ ਜੀ ਜਲਦੀ ਦੇ ਵਿੱਚ ਅਕਬਰ ਦਾ ਉੱਥੇ ਹੀ ਰਾਜ ਤਿਲਕ ਕੀਤਾ ਗਿਆ, ਅਤੇ ਇਹ ਸਮਾਂ ਸੀ ਜੀ 14 ਫਰਵਰੀ 1556 ਈਸਵੀ ਦਾ। ਹੁਣ ਤੁਹਾਡੇ ਲਈ ਦੂਸਰਾ ਪ੍ਰਸ਼ਨ ਹੈ ਜੀ ਕਿ ਜੋ ਹੁਮਾਯੂੰ ਦੀ ਮੌਤ ਹੋਈ ਹੈ ਇਹ ਕਿਵੇਂ ਹੋਈ ਹੈ, ਕਿਹੜੀ ਅਜਿਹੀ ਅਚਾਨਕ ਘਟਨਾ ਹੋਈ ਸੀ ਜਿਸ ਦੇ ਨਾਲ ਉਹਦੀ ਮੌਤ ਹੋ ਗਈ, ਅਤੇ ਉਹ ਕਿੱਥੇ ਹੋਈ ਸੀ ਜੀ, ਇਹ ਤੁਸੀਂ ਜ਼ਰੂਰ ਦੱਸਣਾ ਹੈ। ਠੀਕ ਹੈ ਜੀ, ਇਹ ਪ੍ਰਸ਼ਨ ਹੁਣ ਆਪਾਂ ਕਲੀਅਰ ਅੱਗੇ ਕਰਦੇ ਹਾਂ ਗੱਲ। ਇਸ ਸਮੇਂ ਅਕਬਰ ਦੀ ਉਮਰ ਸੀ ਜੀ 13 ਤੋਂ 14 ਸਾਲ। ਜਿਸ ਸਮੇਂ ਅਕਬਰ ਦਾ ਰਾਜ ਤਿਲਕ ਹੋਇਆ ਜੀ ਪੰਜਾਬ ਦੇ ਕਲਾਨੌਰ ਵਿੱਚ, ਉਸ ਸਮੇਂ ਜੋ ਅਕਬਰ ਦੀ ਉਮਰ ਸੀ ਉਹ 13-14 ਸਾਲ ਦੀ ਸੀ। ਅਤੇ ਅਕਬਰ ਦਾ ਜੋ ਸੰਰਖਿਅਕ ਹੈ ਜੀ ਬੈਰਮ ਖਾਂ, ਇਹ ਕੀ ਹੈ ਜੀ? ਇਹ ਹੁਮਾਯੂੰ ਦਾ ਇੱਕ ਸੈਨਾਪਤੀ ਸੀ। ਇਸ ਨੂੰ ਹੀ ਜੀ ਅਕਬਰ ਦਾ ਸੰਰਖਿਅਕ ਬਣਾ ਦਿੱਤਾ ਜਾਂਦਾ। ਉਸ ਦਾ ਪ੍ਰਧਾਨ ਮੰਤਰੀ ਵੀ ਹੁੰਦਾ ਹੈ ਅਤੇ ਉਸ ਦਾ ਸੈਨਾਪਤੀ ਵੀ ਇਹੀ ਹੁੰਦਾ ਹੈ, ਯਾਨੀ ਕਿ ਜੋ ਬੈਰਮ ਖਾਂ ਉਸ 'ਤੇ ਕਾਫੀ ਰਿਸਪੋਂਸੀਬਿਲਿਟੀਜ਼ ਹੁੰਦੀਆਂ ਨੇ ਸ਼ਾਸਨ ਨੂੰ ਚਲਾਉਣ ਦੀਆਂ। ਠੀਕ ਹੈ ਜੀ, ਇਸ ਲਈ ਇੱਕ ਬਹੁਤ ਹੀ ਇੰਪੋਰਟੈਂਟ ਬੰਦਾ ਆ ਜਾਂਦਾ ਹੈ ਜੀ ਅਕਬਰ ਦੀ ਲਾਈਫ ਵਿੱਚ। ਠੀਕ ਹੈ ਜੀ, ਇੱਥੋਂ ਤੱਕ ਆਪਾਂ ਨੂੰ ਪਤਾ ਲੱਗ ਗਿਆ ਕਿ ਅਕਬਰ ਕਿਸ ਤਰ੍ਹਾਂ ਸ਼ਾਸਕ ਬਣਿਆ ਅਤੇ ਉਸ ਦੀ ਕਿੰਨੀ ਉਮਰ ਸੀ ਜਦੋਂ ਉਹ ਸ਼ਾਸਕ ਬਣਿਆ, ਯਾਨੀ ਕਿ ਉਹ 13-14 ਸਾਲ ਦਾ ਸੀ, ਉਹ ਬੱਚਾ ਹੀ ਸੀ। ਇਸ ਲਈ ਉਸ ਦਾ ਜੋ ਸੰਰਖਿਅਕ ਉਹ ਬੈਰਮ ਖਾਂ ਨੂੰ ਬਣਾ ਦਿੱਤਾ ਗਿਆ, ਅਤੇ ਜੋ ਜ਼ਿਆਦਾ ਸ਼ਾਸਨ ਦੇ ਬਾਰੇ ਫੈਸਲੇ ਲੈਣੇ ਹੁੰਦੇ ਸੀ ਉਸ ਦੇ ਵਿੱਚ ਬੈਰਮ ਖਾਂ ਦਾ ਇੱਥੇ ਪ੍ਰਭਾਵ ਵੱਧ ਸੀ, ਕਿਉਂਕਿ ਉਸ ਨੂੰ ਅਕਬਰ ਦਾ ਸੰਰਖਿਅਕ ਬਣਾਇਆ ਗਿਆ ਸੀ, ਯਾਨੀ ਕਿ ਉਸ ਦੇ ਕੋਲ ਵੱਧ ਰਿਸਪੋਂਸੀਬਿਲਿਟੀਆਂ ਸੀ ਸਾਮਰਾਜ ਨੂੰ ਚਲਾਉਣ ਦੀਆਂ। ਅਗਲੀ ਸਲਾਈਡ ਵਿੱਚ ਵਧਣ ਤੋਂ ਪਹਿਲਾਂ ਜੀ ਇੱਕ ਪ੍ਰਸ਼ਨ ਹੋਰ ਵੀ ਤੁਸੀਂ ਨੋਟ ਕਰ ਲਓ ਕਿ ਹੁਮਾਯੂੰ ਜਦੋਂ ਭਾਰਤ ਦੇ ਵਿੱਚੋਂ ਹਾਰ ਕੇ ਗਿਆ ਸੀ 1540 ਈਸਵੀ ਦੇ ਵਿੱਚ, ਤਾਂ ਉਹ ਕਿਹੜਾ ਯੁੱਧ ਸੀ ਜਿਸ ਦੇ ਵਿੱਚ ਉਹ ਹਾਰ ਕੇ ਗਿਆ ਸੀ? ਉਸ ਯੁੱਧ ਦਾ ਨਾਮ ਵੀ ਤੁਸੀਂ ਕਮੈਂਟਸ ਦੇ ਵਿੱਚ ਜ਼ਰੂਰ ਦੱਸਣਾ। ਜੇਕਰ ਕਿਸੇ ਨੂੰ ਜੀ ਇੰਗਲਿਸ਼ ਲਿਖਣ ਦੇ ਵਿੱਚ ਪ੍ਰੋਬਲਮ ਹੁੰਦੀ ਹੈ ਤਾਂ ਤੁਸੀਂ ਪੰਜਾਬੀ ਦੇ ਵਿੱਚ ਵੀ ਲਿਖ ਕੇ ਚਾਹੇ ਆਨਸਰ ਦੇ ਦਿਆ ਕਰੋ, ਕੋਈ ਪ੍ਰੋਬਲਮ ਨਹੀਂ, ਪਰ ਤੁਸੀਂ ਆਨਸਰ ਜ਼ਰੂਰ ਦਿਓ। ਇਸ ਦੇ ਨਾਲ ਕੀ ਹੈ ਜੀ ਤੁਹਾਡੀ ਪ੍ਰੈਪਰੇਸ਼ਨ ਹੁੰਦੀ ਰਹਿੰਦੀ ਹੈ, ਅਤੇ ਤੁਸੀਂ ਚੀਜ਼ ਨੂੰ ਲੰਮੇ ਸਮੇਂ ਤੱਕ ਉਸ ਨੂੰ ਯਾਦ ਰੱਖ ਸਕਦੇ ਹੋ। ਹੁਣ ਤੱਕ ਵੀਡੀਓ ਦੇ ਵਿੱਚ ਆਪਾਂ ਇਹ ਤਾਂ ਦੇਖ ਲਿਆ ਹੈ ਜੀ ਕਿ ਅਕਬਰ ਕਿਸ ਤਰ੍ਹਾਂ ਸ਼ਾਸਕ ਬਣਦਾ ਹੈ। ਹੁਣ ਆਪਾਂ ਵੇਖਦੇ ਹਾਂ ਜੀ ਪਾਣੀਪਤ ਦੇ ਦੂਜੇ ਯੁੱਧ ਬਾਰੇ, ਜਿਸ ਦਾ ਸਮਾਂ ਸੀ ਜੀ 5 ਨਵੰਬਰ 1556 ਈਸਵੀ ਦਾ। ਇਸ ਨੂੰ ਜੀ ਪਾਣੀਪਤ ਦਾ ਦੂਜਾ ਯੁੱਧ ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਇਹ ਪਾਣੀਪਤ ਨਾਮ ਦੇ ਸਥਾਨ 'ਤੇ ਹੋਇਆ ਸੀ, ਅਤੇ ਇਸ ਤੋਂ ਪਹਿਲਾਂ ਜੀ ਪਾਣੀਪਤ 'ਤੇ ਇੱਕ ਯੁੱਧ ਪਹਿਲਾਂ ਹੋ ਚੁੱਕਿਆ ਸੀ, ਇਸ ਲਈ ਇਸ ਨੂੰ ਪਾਣੀਪਤ ਦਾ ਦੂਜਾ ਯੁੱਧ ਕਿਹਾ ਜਾਂਦਾ ਹੈ। ਜੋ ਪਾਣੀਪਤ ਦਾ ਪਹਿਲਾ ਯੁੱਧ ਹੋਇਆ ਸੀ ਜੀ, ਇਹ ਹੋਇਆ ਸੀ ਬਾਬਰ ਅਤੇ ਇਬਰਾਹਿਮ ਲੋਧੀ ਦੇ ਵਿਚਕਾਰ। ਠੀਕ ਹੈ ਜੀ, ਉਸ ਦਾ ਸਮਾਂ ਕੀ ਸੀ ਉਹ ਤੁਸੀਂ ਪ੍ਰਸ਼ਨ ਜ਼ਰੂਰ ਦੱਸਣਾ ਹੈ, ਇਹ ਵੀ ਤੁਸੀਂ ਨੋਟ ਕਰ ਲਿਓ। ਹੁਣ ਆਪਾਂ ਪੜ੍ਹਦੇ ਹਾਂ ਜੀ ਕਿ ਦੂਜੇ ਪਾਣੀਪਤ ਦੇ ਯੁੱਧ ਦੀਆਂ ਘਟਨਾਵਾਂ ਕਿਸ ਤਰ੍ਹਾਂ ਹੋਈਆਂ ਨੇ। ਹੁਮਾਯੂੰ ਦੀ ਮੌਤ ਹੋਣ ਦੇ ਨਾਲ ਅਫਗਾਨ ਸ਼ਾਸਕ ਜਿਸ ਦਾ ਨਾਮ ਸੀ ਜੀ ਮੁਹੰਮਦ ਸ਼ਾਹ, ਉਸ ਦੇ ਹਿੰਦੂ ਸੈਨਾਪਤੀ ਜਿਸ ਦਾ ਨਾਮ ਸੀ ਜੀ ਹੇਮੂ ਨੇ ਦਿੱਲੀ 'ਤੇ ਹਮਲਾ ਕਰ ਦਿੱਤਾ। ਇਸ ਲਾਈਨ ਦੇ ਹੁਣ ਤੁਸੀਂ ਡਿਟੇਲ ਨਾਲ ਥੋੜ੍ਹਾ ਜਿਹਾ ਸਮਝੋ। ਜਦੋਂ ਜੀ ਹੁਮਾਯੂੰ ਦੀ ਅਚਾਨਕ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਜੋ ਮੁਗਲ ਵੰਸ਼ ਦਾ ਅਗਲਾ ਸ਼ਾਸਕ ਬਣਦਾ ਹੈ ਜੀ ਉਹ 13-14 ਸਾਲ ਦਾ ਅਕਬਰ ਬਣਦਾ ਹੈ, ਯਾਨੀ ਕਿ ਉਹ ਇੱਕ
उस समय एक बच्चा सी। इस समय का जो अफगान शासक सी जी, जिसका नाम सी मुहम्मद शाह, ये कौन है जी? ये सूरवंश के नाल संबंध रखने वाला शासक आ। आपां पढ़िया सी कि जो सूरवंश है जी उसके अंत दे विच दो शासक रह जाते, एक सी सिकंदर सूर तो दूसरा सी मुहम्मद शाह। जो सिकंदर सूर है जी उसनूं तां हरा के अकबर जो हमायूं दे द्वारा मार दिता गया सी जदों वो भारत दे विच एंटर होया सी 1555 ईस्वी दे विच। तो जो मुहम्मद शाह है जी ये जिंदा रह गया सी। उसे मुहम्मद शाह का जो हिंदू सैनापति सी जिसका नाम सी जी हेमू, उसने प्लैनिंग की कि जी वो भारत के उपर हुण हमला करेगा, भारत के उपर कब्जा करेगा। इसलिए जी उसने दिल्ली ते हमला किया ताकि वह मुगल वंश नूं खत्म कर सके तो दोबारा तो दिल्ली की गद्दी ते अपना कब्जा कर सके। उस समय जो दिल्ली का जी शासक है, जो दिल्ली का उस समय गद्दी ते राज कर रहा सी, जो संभाल रहा सी दिल्ली के खेतर नूं, उसका नाम सी जी तारदी बेग। जो अकबर सी वो पंजाब दे विच सी ते जो तारदी बेग सी उस समय वो दिल्ली की गद्दी के उपर बैठा जो मुगल वंश है जी इसके शासन नूं संभाल रहा सी। जो हेमू है जी हेमू ने उसनूं हरा के दिल्ली तो दिल्ली की गद्दी ते कब्जा कर लिया। तो जो तारदी बेग है जी वो दिल्ली तो भज जाता है। तारदी बेग ये सारी घटना जाके जी पंजाब दे विच अकबर अते बैरम खान नूं दसदा है। इत्थे जी एक बहुत महत्वपूर्ण लाइन है, इसनूं तुसीं याद रखियो कि जो हेमू आ ये मध्यकालीन भारती इतिहास दे विच अजिहा एक हिंदू शासक है जी जिसने मुगल वंश नूं भारत दे विचों एक बार खत्म कर दिता सी अते इसने दिल्ली की गद्दी ते कब्जा कर लिया सी। दो अजिहे शासक होए जी जिन्हां ने मुगल वंश नूं भारत दे विचों एक बार लगभग खत्म कर दिता सी, या कह सकते हैं कि दिल्ली की गद्दी ते कब्जा कर लिया सी। उस दे विच पहला सी जी शेर शाह सूरी, जो एक अफगान शासक सी। उसने तो पूरी तरह ही भारत दे विचों मुगल वंश नूं खत्म करता सी। पर जो ये हेमू आ जी जो एक हिंदू शासक सी, इसने सिर्फ दिल्ली की गद्दी ते कब्जा किया सी। इसनूं आपां ये नहीं कह सकते कि इसने मुगल वंश नूं खत्म करता, इन्हें तो बस 2-4 महीने के लिए जो दिल्ली की गद्दी आ उस ते कब्जा किया। ਇੱਥੇ हेमू इसलिए इंपॉर्टेंट हो जाता है जी क्योंकि वो इकलौता हिंदू शासक सी जिसने दिल्ली की गद्दी ते कब्जा किया सी अते जो मुगल वंश है जी उसका दिल्ली की गद्दी तो एक बार खात्मा करता सी। ये प्रश्न जे आपां नूं पुछा जाए कि हिंदू शासक तो हेमू है जी, जरूर याद रख लेना। इत्थों तक आपां की देखिया कि जो तारदी बेग है जी वो दिल्ली की गद्दी तो हार जाता है अते पंजाब दे विच जाके अकबर ते बैरम खान नूं सारी गल दसदा है। इस तो अगे दीयां की घटनावां हुंदियां ने जी उसनूं आपां नैक्सट स्लाइड दे विच देखदे हां। ਜਦੋਂ ਤਾਰਦੀ ਬੇਗ ਸਾਰੀ ਘਟਨਾ ਜਾ ਕੇ ਜੀ ਅਕਬਰ ਅਤੇ ਬਹਿਰਮ ਖਾਨ ਨੂੰ ਦੱਸਦਾ ਹੈ ਤਾਂ ਇਸ ਤੋਂ ਬਾਅਦ ਜੋ ਅਕਬਰ ਅਤੇ ਬਹਿਰਮ ਖਾਨ ਜੀ ਇਹ ਵੀ ਦਿੱਲੀ ਵੱਲ ਅੱਗੇ ਨੂੰ ਵਧਦੇ ਨੇ ਅਤੇ ਜੋ ਹੇਮੂ ਦੀ ਸੈਨਾ ਤੇ ਅਕਬਰ ਦੀ ਸੈਨਾ ਜੀ ਪਾਣੀਪਤ ਦੇ ਸਥਾਨ ਤੇ ਇੱਕ ਦੂਜੇ ਦੇ ਆਮਣੇ ਸਾਹਮਣੇ ਹੁੰਦੀ ਹੈ ਅਤੇ ਇਹਨਾਂ ਦੇ ਵਿਚਕਾਰ ਪਾਣੀਪਤ ਦਾ ਦੂਜਾ ਯੁੱਧ ਹੁੰਦਾ ਹੈ। ਇਸ ਦਾ ਸਮਾਂ ਹੁੰਦਾ ਹੈ ਜੀ 5 ਨਵੰਬਰ 1556 ਈਸਵੀ ਦਾ। ਇਸ ਯੁੱਧ ਦੇ ਵਿੱਚ ਜੋ ਹੇਮੂ ਦੀ ਸਥਿਤੀ ਹੈ ਜੀ ਉਹ ਬਹੁਤ ਜ਼ਿਆਦਾ ਮਜ਼ਬੂਤ ਸੀ ਕਿਉਂਕਿ ਜੋ ਹੇਮੂ ਦੀ ਸੈਨਾ ਸੀ ਉਹ ਵੀ ਬਹੁਤ ਵਧੇਰੇ ਸੀ ਅਤੇ ਉਸ ਦੀ ਸੈਨਾ ਜੀ ਯੁੱਧ ਦੇ ਵਿੱਚ ਬਹੁਤ ਵਧੀਆ ਤਰੀਕੇ ਲੜ ਰਹੀ ਹੁੰਦੀ ਹੈ। ਉਹਨਾਂ ਦੀ ਸਥਿਤੀ ਮਜ਼ਬੂਤ ਹੁੰਦੀ ਹੈ, ਉਹ ਜਿੱਤ ਵੱਲ ਨੂੰ ਇੱਦਾਂ ਲੱਗ ਰਿਹਾ ਹੁੰਦਾ ਕਿ ਉਹ ਜਿੱਤ ਜਾਣਗੇ। पर इस समय जो कुछ अजिही घटना होंदी है कि जो सारी इस युद्ध नूं बदल के रख देंदी है। उस समय की होंदी है कि जो हेमू हुंदा है जी वो हाथी के उपर बैठा युद्ध कर रहा हुंदा है, उपरों ही वो अपना युद्ध लड़ रहा हुंदा है। पर एक अचानक ही एक तीर जी हेमू की अख दे विच जाके वजदा है जिस कारण वो हाथी तो डिग पैंदा है। जदों जी हेमू युद्ध दे विच डिग पैंदा है, हाथी के उपरों डिग पैंदा है, तो जो हेमू की सैना हुंदी है जी उस दे विच भगदड़ मच जाती है। जो जित रही सैना हुंदी है वो अपने आप नूं हारिया होया महसूस करती है तो वो भज्जण लग जाती है। इस समय की हुंदा है जी कि जो हेमू आ उसनूं अकबर की सैना के द्वारा फड़ लिया जाता है तो उसनूं जी अकबर ते बैरम खां के सामने पेश किया जाता है। इत्थे की हुंदी है जी घटना कि जो बैरम खां है वो अपनी तलवार के नाल हेमू का गल कट दिंदा है। इस तरह जो हेमू की सैना है जी वो हार जाती है, हेमू हार जाता है तो हेमू की इत्थे हत्या कर दी जाती है। इस तरह हुण जो अकबर है जी जो पंजाब की गद्दी के उपर पहला बैठा सी वो हुण दिल्ली की गद्दी के उपर भी आ जाता है। इस तरह अकबर का जो ये शासन है जी वो हुण दिल्ली की गद्दी के उपर भी हो जाता है। वो 5 नवंबर 1556 ईस्वी के युद्ध के विच जित कारण ही अकबर हुण दिल्ली की गद्दी के उपर भी आ जाता है। अकबर ਦਾ जो ये राज ਕਰਨ ਦਾ ਸਮਾਂ ਸੀ ਜੀ 1556 ਤੋਂ ਲੈ ਕੇ 1560 ਈਸਵੀ ਤੱਕ ਦਾ, ਇਹ ਸਮੇਂ ਜੋ ਅਕਬਰ ਸੀ ਉਹ ਨਾਬਾਲਿਗ ਸੀ, ਯਾਨੀ ਕਿ ਉਹ 18 ਸਾਲ ਦੀ ਉਮਰ ਤੋਂ ਘੱਟ ਸੀ, ਉਹ ਅਡਲਟ ਨਹੀਂ ਸੀ। ठीक है जी। तो इस समय जो बैरम खां है वही उसके संरक्षक का काम करता है। उसका वजीर भी यही होंदा है जी, बैरम खां ही सैनापति होंदा है तो बैरम खां ही उसका संरक्षक होंदा है। ठीक है जी। इत्थों तक आपको पता लग गया कि पानीपत का युद्ध किस किस के विचकार होया, की घटनावां होईयां ते कौन जेतू रहा। ठीक है जी। हुण आपां इस तो अगे का जो घटनावां ने उन्हां नूं वेखदे हां। पानीपत के दूजे युद्ध तो बाद हुण आपां पढ़दे हां जी बैरम खां के अंत नूं, जो होया जी 1560 ईस्वी दे विच। 1556 ईस्वी दे विच पानीपत का दूजा युद्ध होया सी अते 1560 ईस्वी दे विच बैरम खां का अंत होया सी। ये 4 साल के समय दे विच की घटनावां होईयां, किस तरह बैरम खां का अंत होया, कि उस दे लई जिम्मेवार कारण सी, ये सब नूं हुण आपां देखदे हां जी। पानीपत की दूजी लड़ाई तो बाद जो बैरम खां है जी वो प्रधानमंत्री हुंदा है, उसका दरबार दे विच जो प्रभाव है वो बहुत ज़्यादा वध गया, यानी कि उसके जो हुण
ਕਈਆਂ ਹੋਈਆਂ ਗੱਲਾਂ ਸੀ ਉਹਨਾਂ ਦਾ ਮੁੱਲ ਜੋ ਦਰਬਾਰ ਦੇ ਵਿੱਚ ਹੁਣ ਬਹੁਤ ਜ਼ਿਆਦਾ ਹੁੰਦਾ ਸੀ। ਇਸੇ ਕਰਕੇ ਜੋ ਬਹੁਤ ਸਾਰੇ ਦਰਬਾਰੀ ਸੀ ਅਤੇ ਵਧੇਰੇ ਕਰਕੇ ਇਹਨਾਂ ਦੇ ਵਿੱਚ ਇੱਕ ਮੁੱਖ ਬੰਦਾ ਆ ਜਾਂਦਾ ਹੈ ਜੀ, ਜੋ ਸੀ ਅਕਬਰ ਦੀ ਦਾਈ ਮਾਂ, ਜਿਸ ਦਾ ਨਾਮ ਸੀ ਮਹਾਮਾਨਗਾ। ਉਸਨੇ ਜੀ ਅਕਬਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਜੋ ਬੈਰਮ ਖਾਂ ਦੇ ਖਿਲਾਫ। ਇਹ ਕਿਉਂ ਕਰ ਰਹੇ ਸੀ ਜੀ? ਕਿਉਂਕਿ ਸਾਰੇ ਚਾਹੁੰਦੇ ਸੀ ਕਿ ਬੈਰਮ ਖਾਂ ਨੂੰ ਦਰਬਾਰ ਦੇ ਵਿੱਚੋਂ ਕੱਢ ਦਿੱਤਾ ਜਾਵੇ, ਜਿਸ ਦੇ ਵਿੱਚ ਦਰਬਾਰੀ ਸੀ ਅਤੇ ਅਕਬਰ ਦੀ ਜੋ ਇਹ ਦਾਈ ਮਾਂ ਸੀ, ਜਿਸ ਦਾ ਨਾਮ ਸੀ ਮਹਾਮਾਨਗਾ। ਉਹ ਇਹੀ ਸਾਰੇ ਕੋਸ਼ਿਸ਼ ਕਰ ਰਹੇ ਸੀ ਕਿ ਜੋ ਬੈਰਮ ਖਾਂ ਉਸ ਨੂੰ ਦਰਬਾਰ ਦੇ ਵਿੱਚੋਂ ਕੱਢ ਦਿੱਤਾ ਜਾਵੇ, ਕਿਉਂਕਿ ਜੋ ਦਰਬਾਰ ਦੀਆਂ ਦੂਸਰੀਆਂ ਸ਼ਕਤੀਆਂ, ਜੋ ਸ਼ਾਸਨ ਦੀਆਂ ਸ਼ਕਤੀਆਂ, ਉਹ ਹੁਣ ਦੂਸਰੇ ਵਿਅਕਤੀ ਆਪਣੇ ਹੱਥ ਦੇ ਵਿੱਚ ਕਰਨਾ ਚਾਹੁੰਦੇ ਸੀ। ਇਸ ਸਮੇਂ ਕੀ ਹੁੰਦਾ ਹੈ ਜੀ ਕਿ ਭਾਰਤ ਜੋ 1560 ਈਸਵੀ ਤੱਕ ਜੋ ਅਕਬਰ ਆ ਉਹ ਵੀ 18 ਸਾਲ ਦਾ ਹੋ ਜਾਂਦਾ ਹੈ। ਕਿਤੇ ਨਾ ਕਿਤੇ ਅਕਬਰ ਵੀ ਇਹ ਫੀਲ ਕਰਨ ਲੱਗ ਜਾਂਦਾ ਹੈ ਕਿ ਜੋ ਬੈਰਮ ਖਾਂ ਹੈ ਉਸ ਦਾ ਪ੍ਰਭਾਵ ਅਕਬਰ ਤੋਂ ਵੀ ਵੱਧ ਹੈ ਅਤੇ ਉਹ ਅਕਬਰ ਦੇ ਕਈ ਵਾਰ ਜੀ ਖਿਲਾਫ ਵੀ ਕੋਈ ਗੱਲ ਕਰ ਦਿੰਦਾ ਸੀ। ਯਾਨੀ ਕਿ ਜੇਕਰ ਕੋਈ ਅਕਬਰ ਆਦੇਸ਼ ਦਿੰਦਾ ਸੀ ਤਾਂ ਬੈਰਮ ਖਾਂ ਉਸ ਨੂੰ ਨਹੀਂ ਮੰਨਦਾ ਸੀ ਅਤੇ ਬੈਰਮ ਖਾਂ ਕੋਈ ਆਪਣੇ ਵੱਲੋਂ ਆਦੇਸ਼ ਦੇ ਦਿੰਦਾ ਸੀ। ਠੀਕ ਹੈ ਜੀ। ਇਸ ਕਰਕੇ ਅਕਬਰ ਨੂੰ ਵੀ ਲੱਗਣ ਲੱਗ ਗਿਆ ਸੀ ਕਿ ਹੁਣ ਬੈਰਮ ਖਾਂ ਤੋਂ ਉਸ ਨੂੰ ਛੁਟਕਾਰਾ ਚਾਹੀਦਾ ਹੈ। ਠੀਕ ਹੈ। ਇੱਥੇ ਕੀ ਘਟਨਾ ਹੁੰਦੀ ਹੈ ਜੀ, ਕਿਸ ਤਰ੍ਹਾਂ ਬੈਰਮ ਖਾਂ ਤੋਂ ਆਪਣਾ ਛੁਟਕਾਰਾ ਕਰਨ ਦੀ ਗੱਲ ਕਰਦਾ ਹੈ, ਉਸ ਨੂੰ ਵੇਖ ਲੈਂਦੇ ਹਾਂ। ਇਸ ਸਮੇਂ ਕੀ ਸੀ ਕਿ ਬੈਰਮ ਖਾਂ ਇੱਕ ਵਾਰ ਜੀ ਅਭਿਆਨ ਦੇ ਉੱਪਰ ਗਿਆ ਹੁੰਦਾ ਹੈ ਅਤੇ ਅਕਬਰ ਇਸ ਸਮੇਂ ਨੂੰ ਹੀ ਜੀ ਸਹੀ ਸਮਾਂ ਸਮਝਦਾ ਹੈ ਅਤੇ ਅਕਬਰ ਬੈਰਮ ਖਾਂ ਤੱਕ ਇੱਕ ਸੂਚਨਾ ਪਹੁੰਚਾ ਦਿੰਦਾ ਹੈ ਕਿ ਬੈਰਮ ਖਾਂ ਨੇ ਹੁਣ ਕਦੇ ਵੀ ਦਿੱਲੀ ਦਰਬਾਰ ਦੇ ਵਿੱਚ ਨਹੀਂ ਆਉਣਾ, ਯਾਨੀ ਕਿ ਉਹਨੂੰ ਦਰਬਾਰ ਦੇ ਵਿੱਚ ਆਉਣ ਦੀ ਇਜਾਜ਼ਤ ਨਹੀਂ ਹੈ ਅਤੇ ਜੋ ਬੈਰਮ ਖਾਂ ਹੈ ਉਹ ਉਸੇ ਅਭਿਆਨ ਤੋਂ ਸਿੱਧਾ ਮੱਕਾ ਦੀ ਯਾਤਰਾ ਲਈ ਚਲਾ ਜਾਵੇ। ਇਹ ਮੁਸਲਮਾਨ ਧਰਮ ਦੇ ਵਿੱਚ ਜੀ ਜੋ ਇਹ ਮੱਕਾ ਇਸ ਨੂੰ ਇੱਕ ਪਵਿੱਤਰ ਸਥਾਨ ਸਮਝਿਆ ਜਾਂਦਾ, ਉਸ ਦੀ ਯਾਤਰਾ ਦੀ ਗੱਲ ਕਹੀ ਜਾਂਦੀ ਹੈ। ਇਸੇ ਲਈ ਜੋ ਇਹ ਅਕਬਰ ਹੁੰਦਾ ਹੈ ਜੀ, ਇਹ ਉਸ ਨੂੰ ਬੈਰਮ ਖਾਂ ਨੂੰ ਵੀ ਮੱਕੇ ਦੀ ਯਾਤਰਾ 'ਤੇ ਜਾਣ ਲਈ ਕਹਿ ਦਿੰਦਾ, ਯਾਨੀ ਕਿ ਉਹ ਧਾਰਮਿਕ ਸਥਾਨ 'ਤੇ ਜਾਵੇ, ਧਰਮ ਯਾਤਰਾਵਾਂ ਕਰੇ ਅਤੇ ਉਹ ਦਰਬਾਰ ਦੇ ਵਿੱਚ ਹੁਣ ਕਦੇ ਨਾ ਆਵੇ, ਉਹ ਦਰਬਾਰ ਦੇ ਕੰਮ ਵਿੱਚ ਉਸਦੀ ਕੋਈ ਵੀ ਜ਼ਰੂਰਤ ਨਹੀਂ। ਅਕਬਰ ਦੇ ਕਹਿਣ ਦਾ ਮਤਲਬ ਇੱਥੇ ਇਹ ਹੁੰਦਾ ਹੈ। ਇਸ ਤੋਂ ਬਾਅਦ ਕੀ ਘਟਨਾਵਾਂ ਹੁੰਦੀਆਂ ਜੀ, ਇਸ ਨੂੰ ਨੈਕਸਟ ਸਲਾਈਡ ਦੇ ਵਿੱਚ ਆਪਾਂ ਪੜ੍ਹਦੇ ਹਾਂ। ਅਕਬਰ ਦੇ ਦੁਆਰਾ ਭੇਜੀ ਗਈ ਸੂਚਨਾ ਜਦੋਂ ਬੈਰਮ ਖਾਂ ਤੱਕ ਪਹੁੰਚਦੀ ਹੈ ਜੀ, ਤਾਂ ਬੈਰਮ ਖਾਂ ਇਸ ਨੂੰ ਸੁਣ ਕੇ ਸੁਭਾਵਿਕ ਹੀ ਹੈ ਕਿ ਉਹ ਗੁੱਸੇ ਦੇ ਵਿੱਚ ਆ ਜਾਂਦਾ ਹੈ। ਅਤੇ ਇੱਥੇ ਕੀ ਹੁੰਦਾ ਹੈ ਜੀ ਕਿ ਜੋ ਬੈਰਮ ਖਾਂ ਹੈ ਅਤੇ ਮੁਗਲ ਸੈਨਾ ਇਹਨਾਂ ਦੇ ਵਿਚਕਾਰ ਝੜਪ ਹੋ ਜਾਂਦੀ ਹੈ, ਉਹਨਾਂ ਦੇ ਵਿਚਕਾਰ ਯੁੱਧ ਹੋ ਜਾਂਦਾ ਹੈ, ਜਿਸ ਨੂੰ ਤਲਵਾੜਾ ਦਾ ਯੁੱਧ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਪਰ ਓਬੀਅਸ ਜੀ ਗੱਲ ਹੈ ਜੀ ਕਿ ਇਕੱਲਾ ਬੈਰਮ ਖਾਂ ਮੁਗਲ ਸੈਨਾ ਤੋਂ ਕਿੱਦਾਂ ਜਿੱਤ ਸਕਦਾ ਸੀ, ਇਸ ਲਈ ਬੈਰਮ ਖਾਂ ਦੀ ਇੱਥੇ ਹਾਰ ਹੋ ਜਾਂਦੀ ਹੈ। ਪਰ ਅਕਬਰ ਜੀ ਬੈਰਮ ਖਾਂ ਨੂੰ ਇੱਥੇ ਕੋਈ ਵੀ ਸਜ਼ਾ ਨਹੀਂ ਦਿੰਦਾ, ਉਹ ਬੈਰਮ ਖਾਂ ਨੂੰ ਫਿਰ ਤੋਂ ਮੱਕਾ ਜਾਣ ਲਈ ਹੀ ਕਹਿੰਦਾ ਹੈ। ਇਸ ਸਮੇਂ ਕੀ ਹੁੰਦਾ ਹੈ ਜੀ ਕਿ ਬੈਰਮ ਖਾਂ ਇਸ ਚੀਜ਼ ਨੂੰ ਮੰਨ ਜਾਂਦਾ ਹੈ। ਪਰ ਜਦੋਂ ਬੈਰਮ ਖਾਂ ਮੱਕੇ ਦੇ ਲਈ ਜਾ ਰਿਹਾ ਹੁੰਦਾ ਹੈ ਜੀ, ਯਾਤਰਾ ਦੇ ਲਈ ਜਾ ਰਿਹਾ ਹੁੰਦਾ ਹੈ, ਤਾਂ ਰਸਤੇ ਦੇ ਵਿੱਚ ਹੀ ਅਫਗਾਨਾਂ ਦੇ ਦੁਆਰਾ, ਜੋ ਬੈਰਮ ਖਾਂ ਦੇ ਪਹਿਲਾਂ ਦੇ ਹੀ ਵਿਰੋਧੀ ਸੀ ਜੀ, ਉਹਨਾਂ ਦੇ ਦੁਆਰਾ ਬੈਰਮ ਖਾਂ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ। ਤਾਂ ਇੱਥੇ ਕੀ ਹੁੰਦਾ ਹੈ ਜੀ, ਜਦੋਂ ਬੈਰਮ ਖਾਂ ਦੀ ਹੱਤਿਆ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਜੋ ਉਸ ਦੀ ਵਿਧਵਾ ਪਤਨੀ ਹੁੰਦੀ ਹੈ ਅਤੇ ਉਹਦਾ ਜੋ ਬੈਰਮ ਖਾਂ ਦਾ ਪੁੱਤਰ ਹੁੰਦਾ ਹੈ ਜੀ ਅਬਦੁਲ ਰਹੀਮ, ਉਹਨਾਂ ਦੀ ਸਾਂਭ ਸੰਭਾਲ ਦੇ ਲਈ ਹੁਣ ਜੋ ਅਕਬਰ ਹੈ ਜੀ ਉਹ ਸਾਹਮਣੇ ਆਉਂਦਾ ਹੈ ਅਤੇ ਜੋ ਅਕਬਰ ਹੈ ਜੀ ਉਹ ਬੈਰਮ ਖਾਂ ਦੀ ਵਿਧਵਾ ਦੇ ਨਾਲ, ਜਿਸ ਦਾ ਨਾਮ ਸੀ ਜੀ ਸਲੀਮਾ ਬੇਗਮ, ਉਸ ਦੇ ਨਾਲ ਵਿਆਹ ਕਰਵਾ ਲੈਂਦਾ ਹੈ। ਅਤੇ ਇਸ ਤੋਂ ਬਾਅਦ ਜੋ ਇਹ ਅਕਬਰ ਹੁੰਦਾ ਹੈ ਜੀ, ਇਹ ਬੈਰਮ ਖਾਂ ਦੇ ਪੁੱਤਰ ਦੀ ਸਾਰੀ ਪੜ੍ਹਾਈ ਲਿਖਾਈ ਦਾ ਕੰਮ ਵੀ ਇਹੀ ਦੇਖਦਾ ਹੈ ਅਤੇ ਉਸ ਤੋਂ ਬਾਅਦ ਜੋ ਅਬਦੁਲ ਰਹੀਮ ਖਾਂ ਜੀ ਬੈਰਮ ਖਾਂ ਦਾ ਪੁੱਤਰ ਸੀ, ਉਸ ਨੂੰ ਅਕਬਰ ਆਪਣੇ 9 ਰਤਨਾਂ ਦੇ ਵਿੱਚ ਵੀ ਸ਼ਾਮਲ ਕਰਦਾ ਹੈ। ਇਹ 9 ਰਤਨ ਕੀ ਹੈ ਜੀ, ਇਹਨਾਂ ਦੇ ਬਾਰੇ ਆਪਾਂ ਨੈਕਸਟ ਪਾਰਟ ਦੇ ਵਿੱਚ ਕਾਫੀ ਡਿਟੇਲ ਦੇ ਨਾਲ ਪੜ੍ਹਾਂਗੇ ਅਤੇ ਇਹਨਾਂ ਦੇ ਵਿੱਚੋਂ ਆਪਾਂ ਤੋਂ ਕਾਫੀ ਪ੍ਰਸ਼ਨ ਵੀ ਪੁੱਛੇ ਜਾਂਦੇ ਨੇ। ਇਸ ਤਰ੍ਹਾਂ ਆਪਾਂ ਦੇਖਿਆ ਕਿ ਕਿਸ ਦਾ ਜੀ ਬੈਰਮ ਖਾਂ ਦਾ ਅੰਤ ਹੋ ਗਿਆ, ਯਾਨੀ ਕਿ 1560 ਈਸਵੀ ਤੱਕ ਜੋ ਬੈਰਮ ਖਾਂ ਹੈ ਜੀ ਉਹ ਮੱਕਾ ਨੂੰ ਜਾ ਰਿਹਾ ਸੀ ਅਤੇ ਉਸ ਦੀ ਹੱਤਿਆ ਅਫਗਾਨਾਂ ਦੇ ਦੁਆਰਾ ਕਰ ਦਿੱਤੀ ਜਾਂਦੀ ਹੈ ਅਤੇ ਇੱਥੇ ਬੈਰਮ ਖਾਂ ਦਾ ਜੋ ਇਹ ਮੁਗਲ ਵੰਸ਼ ਦੇ ਵਿੱਚੋਂ ਜੀ ਰੋਲ ਖਤਮ ਹੋ ਜਾਂਦਾ ਹੈ। ਬੈਰਮ ਖਾਂ ਦੇ ਅੰਤ ਤੋਂ ਬਾਅਦ ਹੁਣ ਆਪਾਂ ਪੜ੍ਹਦੇ ਹਾਂ ਜੀ ਪੇਟੀਕੋਟ, ਜਾਂ ਜਿਸ ਨੂੰ ਪਰਦਾ ਸ਼ਾਸਨ ਕਿਹਾ ਜਾਂਦਾ ਹੈ, ਉਸ ਦੇ ਸਮੇਂ ਬਾਰੇ। ਪੇਟੀਕੋਟ ਜਾਂ ਪਰਦਾ ਸ਼ਾਸਨ ਦਾ ਸਮਾਂ ਸੀ ਜੀ 1560 ਤੋਂ ਲੈ ਕੇ 1564 ਈਸਵੀ ਤੱਕ ਦਾ। ਇਸ ਸਮੇਂ ਕੀ ਸੀ ਕਿ ਜੀ ਦਿੱਲੀ ਦੇ ਸ਼ਾਸਨ ਪ੍ਰਬੰਧ ਉੱਪਰ ਜੋ ਔਰਤਾਂ ਦਾ ਪ੍ਰਭਾਵ ਆ ਉਹ ਵੱਧ ਸੀ, ਇਸੇ ਕਰਕੇ ਜਿਸ ਨੂੰ ਪੇਟੀਕੋਟ ਸ਼ਾਸਨ ਦਾ ਸਮਾਂ ਕਿਹਾ ਜਾਂਦਾ ਹੈ। ਇਹ ਪੇਟੀਕੋਟ ਕੀ ਹੁੰਦਾ ਹੈ ਜੀ, ਇਸ ਦੇ ਬਾਰੇ ਗੱਲ ਕਰ ਲਈਏ ਤਾਂ ਇੱਕ ਜੀ ਇਹ ਜੋ ਭਾਰਤੀ ਔਰਤਾਂ ਦਾ ਇੱਕ ਪਹਿਰਾਵਾ ਹੈ ਜੀ, ਜੋ ਰਵਾਇਤੀ ਪਹਿਰਾਵਾ ਹੈ, ਉਸ ਨੂੰ ਕਿਹਾ ਜਾਂਦਾ ਹੈ ਜੀ ਪੇਟੀਕੋਟ। ਇਹ ਕੁਛ ਲਹਿੰਗਾ ਟਾਈਪ ਹੀ ਹੁੰਦੇ ਆ ਜੀ ਆਊਟਫਿਟ, ਠੀਕ ਹੈ ਜੀ, ਉਸ ਨੂੰ ਕਿਹਾ ਜਾਂਦਾ ਹੈ। ਹਾਂ, ਇਸ ਸਮੇਂ ਕੀ ਸੀ ਜੀ ਕਿ ਜੋ ਦਿੱਲੀ ਦਰਬਾਰ ਸੀ, ਜਾਂ ਕਹਿ ਸਕਦੇ ਹਾਂ ਕਿ ਜੋ ਮੁਗਲ ਸ਼ਾਸਨ ਸੀ, ਉਸ ਦੇ ਉੱਪਰ ਔਰਤਾਂ ਦਾ ਪ੍ਰਭਾਵ ਵੱਧ ਸੀ। ਇਹ ਕਿਹੜੀਆਂ ਔਰਤਾਂ ਇਸ ਦੇ ਵਿੱਚ ਆ ਜਾਂਦੀਆਂ ਜੀ, ਉਹਨਾਂ ਦੇ ਬਾਰੇ ਜਾਣ ਲੈਂਦੇ ਹਾਂ। ਇਸ ਦੇ ਵਿੱਚ ਪਹਿਲੀ ਸੀ ਜੀ ਜੋ ਅਕਬਰ ਦੀ ਦਾਈ ਮਾਂ ਸੀ, ਜਿਸ ਦਾ ਨਾਮ ਸੀ ਜੀ ਮਾਹਮ ਅਨਗਾ, ਅਤੇ ਉਸੇ ਦਾਈ ਮਾਂ ਦਾ ਪੁੱਤਰ ਸੀ ਜਿਸ ਦਾ ਨਾਮ ਸੀ ਆਦਮ ਖਾਂ, ਉਸ ਦੀ ਪੁੱਤਰੀ ਜੀ ਜਿਸ ਦਾ ਨਾਮ ਸੀ ਜੀਜੀ ਅਨਗਾ। ਇਹ ਜੋ ਜੀਜੀ ਅਨਗਾ ਜੀ ਇਹ ਮਾਹਮ ਅਨਗਾ ਦੀ ਪੁੱਤਰੀ ਸੀ, ਅਤੇ ਅਕਬਰ ਦੀ ਜੋ ਮਾਤਾ ਸੀ ਜੀ ਹਮੀਦਾ ਬਾਨੋ ਬੇਗਮ। ਇਹਨਾਂ ਸਭ ਦਾ ਜੋ ਇਸ ਦਾ ਪ੍ਰਭਾਵ ਸੀ ਜੀ, ਇਹ ਉਸ ਸਮੇਂ ਜੋ ਦਿੱਲੀ ਦਾ ਦਰਬਾਰ ਸੀ, ਦਿੱਲੀ ਦੇ ਦਰਬਾਰ ਦੇ ਉੱਪਰ ਇਹਨਾਂ ਦਾ ਪ੍ਰਭਾਵ ਵੱਧ ਸੀ। ਇਸੇ ਕਰਕੇ ਜੀ ਇਸ ਸਮੇਂ ਨੂੰ ਆਪਾਂ ਪਰਦਾ ਸ਼ਾਸਨ ਦਾ ਸਮਾਂ ਕਹਿ ਸਕਦੇ ਹਾਂ, ਕਿਉਂਕਿ ਇਸ ਸਮੇਂ ਤੁਸੀਂ ਦੇਖੋ ਕਿ ਜੋ ਇਹ 3 ਔਰਤਾਂ ਜੀ ਇਹਨਾਂ ਦਾ ਪ੍ਰਭਾਵ ਹੀ ਬਹੁਤ ਵਧੇਰੇ ਸੀਗਾ ਅਤੇ ਜੋ ਅਕਬਰ ਆ ਉਸ ਦਾ ਪ੍ਰਭਾਵ ਘੱਟ ਸੀ।
ਪਰ ਆਪਸੀ ਮਤਭੇਦ ਦੇ ਕਾਰਨ ਜੀ 1562 ਈਸਵੀ ਦੇ ਵਿੱਚ ਜੋ ਅਕਬਰ ਹੈ ਜੀ, ਇਹ ਆਦਮ ਖਾਂ ਦੀ ਹੱਤਿਆ ਕਰ ਦਿੰਦਾ ਹੈ। ਇਹ ਆਦਮ ਖਾਂ ਕੌਣ ਸੀ ਜੀ? ਇਹ ਮਹਾਮਾਨਗਾ ਦਾ ਪੁੱਤਰ ਸੀ। ਮਹਾਮਾਨਗਾ ਦਾ ਜਦੋਂ ਪੁੱਤਰ ਦੀ ਆਦਮ ਖਾਂ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਜੀ ਅਕਬਰ ਦੇ ਦੁਆਰਾ, ਅਤੇ ਉਸੇ ਦੇ ਦੁੱਖ ਦੇ ਵਿੱਚ ਜੋ ਮਹਾਮਾਨਗਾ ਜੀ, ਜੋ ਅਕਬਰ ਦੀ ਦਾਈ ਮਾਂ ਸੀ, ਉਸ ਦੀ ਵੀ ਮੌਤ ਹੋ ਜਾਂਦੀ ਹੈ। ਇਹ ਦੋਨੋਂ ਘਟਨਾਵਾਂ ਹੋਈਆਂ ਸੀ ਜੀ 1562 ਈਸਵੀ ਵਿੱਚ। ਇਸ ਤਰ੍ਹਾਂ ਜੀ ਜੋ ਅੱਧਾ ਕੰਟਰੋਲ ਸੀ, ਕਹਿ ਸਕਦੇ ਹਾਂ ਕਿ ਇਸਤਰੀਆਂ ਦਾ, ਉਹ ਤਾਂ ਖਤਮ ਹੋ ਗਿਆ ਸੀ ਜੀ ਹੁਣ ਇਹਨਾਂ ਦੇ ਅਕਬਰ ਦੇ ਸ਼ਾਸਨ ਦੇ ਉੱਪਰੋਂ। ਅੰਤ ਜੀ 1564 ਈਸਵੀ ਤੱਕ ਇਹ ਪੂਰੀ ਤਰ੍ਹਾਂ ਜੋ ਔਰਤਾਂ ਦਾ ਪ੍ਰਭਾਵ ਸੀ ਜੀ ਅਕਬਰ ਦੇ ਸ਼ਾਸਨ ਦੇ ਉੱਤੇ, ਉਹ ਖਤਮ ਹੋ ਜਾਂਦਾ ਹੈ। ਇਸ ਤਰ੍ਹਾਂ ਜੋ ਪੇਟੀਕੋਟ ਸ਼ਾਸਨ ਦਾ ਜੀ ਇਹ ਖਾਤਮਾ ਹੋ ਗਿਆ ਸੀ 1564 ਈਸਵੀ ਤੱਕ, ਯਾਨੀ ਕਿ 1560 ਤੋਂ ਲੈ ਕੇ 1564 ਈਸਵੀ ਤੱਕ ਦਾ ਜੋ 4 ਸਾਲ ਦਾ ਸਮਾਂ ਸੀ ਜੀ, ਇਸ ਦੇ ਸਮੇਂ ਨੂੰ ਹੀ ਪੇਟੀਕੋਟ ਦਾ ਸਮਾਂ ਕਿਹਾ ਜਾਂਦਾ ਹੈ, ਕਿਉਂਕਿ ਇਸ ਦੇ ਵਿੱਚ ਔਰਤਾਂ ਦਾ ਪ੍ਰਭਾਵ ਸੀ। ਹੌਲੀ ਹੌਲੀ ਇਹਨਾਂ ਦਾ ਪ੍ਰਭਾਵ ਖਤਮ ਹੋ ਜਾਂਦਾ ਹੈ ਜੀ ਆਪਣੇ ਆਪ 1564 ਤੱਕ, ਅਤੇ ਜੋ ਇਹ ਸ਼ਾਸਨ ਸੀ ਜੀ ਪੇਟੀਕੋਟ ਸ਼ਾਸਨ ਸੀ, ਇਹ ਖਤਮ ਹੋ ਜਾਂਦਾ ਹੈ। ਹੁਣ ਇਸ ਤੋਂ ਬਾਅਦ ਦੀਆਂ ਘਟਨਾਵਾਂ ਜੋ ਹੋਈਆਂ ਜੀ, ਉਹਨਾਂ ਬਾਰੇ ਆਪਾਂ ਪੜ੍ਹਦੇ ਹਾਂ। ਹੁਣ ਆਪਾਂ ਪੜ੍ਹਦੇ ਹਾਂ ਜੀ ਕਿ ਅਕਬਰ ਦੇ ਸਮੇਂ ਜੋ ਮੁਗਲ ਵੰਸ਼ ਹੈ ਜੀ, ਇਸ ਦੇ ਸਾਮਰਾਜ ਦਾ ਵਿਸਤਾਰ ਕਿਸ ਤਰ੍ਹਾਂ ਹੋਇਆ ਹੈ। ਸਭ ਤੋਂ ਪਹਿਲਾਂ ਤਾਂ ਮੈਪ ਨੂੰ ਦੇਖੋ ਜੀ। ਇਸ ਦੇ ਵਿੱਚ ਇਹ 3 ਕਲਰ ਦੇ ਵਿੱਚ ਅਲੱਗ-ਅਲੱਗ ਦਿਖਾਇਆ ਗਿਆ ਜੀ ਮੈਪ ਦੇ ਵਿੱਚ ਜਗ੍ਹਾਵਾਂ ਨੂੰ, ਜਿਸ ਦੇ ਵਿੱਚ ਤੁਸੀਂ ਸਭ ਤੋਂ ਉੱਪਰ ਦੇਖ ਰਹੇ ਹੋ ਜੀ ਇੱਕ ਬਲੈਕ ਲਾਈਨ ਦੇ ਨਾਲ ਜਗ੍ਹਾ ਦਿਖਾਈ ਗਈ ਹੈ। ਇਹ ਜੋ ਏਰੀਆ ਹੈ ਜੀ, ਇਹ ਬਾਬਰ ਦੇ ਦੁਆਰਾ ਜਿੱਤਿਆ ਗਿਆ ਸੀ, ਜੋ ਮੁਗਲ ਵੰਸ਼ ਦਾ ਪਹਿਲਾ ਸ਼ਾਸਕ ਸੀ। ਉਸ ਤੋਂ ਬਾਅਦ ਜੋ ਇਹ ਯੈਲੋ ਵਾਲਾ ਏਰੀਆ ਦੇਖ ਰਹੇ ਹੋ ਜੀ, ਜੋ ਤੁਸੀਂ ਬਹੁਤ ਵੱਡਾ ਏਰੀਆ ਆ ਜਾਂਦਾ ਹੈ ਜੀ ਭਾਰਤ ਦਾ, ਉੱਤਰੀ ਭਾਰਤ ਤੋਂ ਲੈ ਕੇ ਦੱਖਣੀ ਭਾਰਤ ਦੇ ਏਰੀਏ ਤੱਕ ਵੀ ਫੈਲਿਆ ਹੋਇਆ ਜੀ, ਪੱਛਮੀ ਸਾਈਡ ਤੋਂ ਲੈ ਕੇ ਪੂਰਬੀ ਸਾਈਡ ਤੱਕ ਫੈਲਿਆ ਹੋਇਆ ਭਾਰਤ ਦੇ। ਇਹ ਜੋ ਸਾਰਾ ਯੈਲੋ ਏਰੀਆ ਜੀ, ਇਹ ਜਿੱਤਿਆ ਗਿਆ ਸੀ ਅਕਬਰ ਦੇ ਦੁਆਰਾ। ਅਤੇ ਮੈਪ ਦੇ ਵਿੱਚ ਜੋ ਤੁਸੀਂ ਨੀਚੇ ਵਾਲਾ ਇਹ ਰਸਟ ਸ਼ੇਡ ਦੇਖ ਰਹੇ ਹੋ ਜੀ, ਜਾਂ ਉਸ ਨੂੰ ਤੁਸੀਂ ਮਸਟਰਡ ਜਾਂ ਔਰੇਂਜ ਕੁਛ ਵੀ ਕਲਰ ਕਹਿ ਲਓ, ਇਹ ਜੋ ਡਾਰਕ ਵਾਲਾ ਹੈ ਜੀ, ਇਹ ਏਰੀਆ ਜਿੱਤਿਆ ਗਿਆ ਸੀ ਜੀ ਔਰੰਗਜ਼ੇਬ ਦੇ ਸਮੇਂ ਤੱਕ, ਯਾਨੀ ਕਿ 1707 ਈਸਵੀ ਤੱਕ ਇਹ ਇੰਨਾ ਜੋ ਸਾਮਰਾਜ ਹੈ ਜਿੱਤਿਆ ਗਿਆ ਸੀ। ਉੱਪਰ ਵਾਲਾ ਏਰੀਆ ਤਾਂ ਉਹਨਾਂ ਦੇ ਕੰਟਰੋਲ 'ਚ ਆਲਰੇਡੀ ਸੀਗਾ। ਇਸ ਤੋਂ ਬਾਅਦ ਜੋ ਫੈਲਾਅ ਹੋਇਆ ਉਹ ਹੋਇਆ ਸੀ ਜੀ ਔਰੇਂਜ ਵਾਲਾ, ਠੀਕ ਹੈ ਜੀ। ਜਿੱਦਾਂ ਕਿ ਉੱਪਰ ਵਾਲਾ ਤੁਸੀਂ ਸਭ ਤੋਂ ਪਹਿਲਾਂ ਦੇਖਿਆ ਸੀ, ਜੋ ਬਲੈਕ ਲਾਈਨ ਵਾਲਾ, ਇਹ ਵੀ ਅਕਬਰ ਦੇ ਸਮੇਂ ਉਹਨਾਂ ਦੇ ਕੰਟਰੋਲ ਦੇ ਵਿੱਚ ਸੀ, ਅਤੇ ਜੋ ਇਹ ਯੈਲੋ ਵਾਲਾ, ਉਹ ਸਾਰਾ ਅਕਬਰ ਦੇ ਸਮੇਂ ਫੈਲਾਅ ਹੋਇਆ ਸੀ। ਇਸੇ ਤਰ੍ਹਾਂ ਜੋ ਅੱਗੇ ਵਾਲਾ ਔਰੇਂਜ ਵਾਲਾ ਜੀ, ਉਹ ਉੱਪਰ ਵਾਲੇ ਕੰਟਰੋਲ ਹੁੰਦੇ ਦੇ ਨਾਲ ਨਾਲ ਜੋ ਅੱਗੇ ਵਾਲਾ ਏਰੀਆ, ਉਹ ਵੀ ਜੋ ਮੁਗਲ ਸੈਨਾ ਜੀ ਉਸ ਦੇ ਦੁਆਰਾ ਜਿੱਤ ਲਿਆ ਗਿਆ ਸੀ। ਇਹ ਤਾਂ ਬਹੁਤ ਅੱਗੇ ਤੱਕ ਦਾ ਸਮਾਂ, ਹੁਣ ਤਾਂ ਆਪਾਂ ਯੈਲੋ ਏਰੀਏ ਤੱਕ ਹੀ ਦੇਖਣਾ ਹੈ। ਅਕਬਰ ਨੇ ਆਪਣੀ ਯੋਗਤਾ ਦੇ ਨਾਲ ਜੀ ਉੱਤਰ ਵਿੱਚ ਕਸ਼ਮੀਰ ਤੋਂ ਲੈ ਕੇ ਦੱਖਣ ਵਿੱਚ ਬੀਜਾਪੁਰ ਤੱਕ, ਅਤੇ ਬੰਗਾਲ ਤੋਂ ਲੈ ਕੇ ਜੀ ਅਸਮ ਤੱਕ ਦੇ ਪ੍ਰਦੇਸ਼ ਨੂੰ ਜਿੱਤਿਆ ਸੀ। ਇਸ ਦੇ ਵਿੱਚ ਕੁਝ ਮੁੱਖ ਪ੍ਰਦੇਸ਼ ਦੱਸੇ ਗਏ ਆ ਜੀ, ਉਹਨਾਂ ਦੇ ਆਪਾਂ ਨਾਮ ਪੜ੍ਹ ਲੈਂਦੇ ਹਾਂ। ਪਹਿਲਾ ਹੈ ਜੀ ਕਾਬਲ, ਦੂਸਰਾ ਹੈ ਜੀ ਲਾਹੌਰ, ਤੀਜਾ ਮੁਲਤਾਨ ਜੀ, ਅਜਮੇਰ, ਅਵਧ, ਆਗਰਾ, ਗੁਜਰਾਤ, ਮਾਲਵਾ, ਇਲਾਹਾਬਾਦ, ਬੰਗਾਲ, ਬਿਹਾਰ ਅਤੇ ਅਹਿਮਦਨਗਰ। ਇਹ ਸਾਰੇ ਪ੍ਰਦੇਸ਼ ਆ ਜੀ ਜੋ ਅਕਬਰ ਦੇ ਦੁਆਰਾ ਜਿੱਤੇ ਗਏ ਸੀ। ਜੇਕਰ ਗੱਲ ਕਰੀਏ ਕਿ ਅਕਬਰ ਦੀ ਆਮਦਨ ਉਸ ਸਮੇਂ ਕਿੰਨੀ ਹੋ ਜਾਂਦੀ ਸੀ ਇਹਨਾਂ ਸਭ ਖੇਤਰਾਂ ਤੋਂ ਜਿੱਤੇ ਹੋਇਆ ਤਾਂ 1602 ਈਸਵੀ ਦੇ ਵਿੱਚ ਹੀ ਅਕਬਰ ਦੀ ਜੋ ਆਮਦਨ ਸੀ ਜੀ, ਜੋ ਸਾਲਾਨਾ ਆਮਦਨ ਸੀ, ਯਾਨੀ ਕਿ ਸਾਲ ਦੀ ਆਮਦਨ ਸੀ, ਉਹ ਸੀ 17 ਕਰੋੜ 45 ਲੱਖ ਦੀ। ਇਸ ਨੂੰ ਤੁਸੀਂ ਇਮੈਜਨ ਕਰੋ ਜੀ ਕਿ ਜੋ ਇਹ 17 ਕਰੋੜ ਉਸ ਸਮੇਂ ਸੀ, ਉਹ ਅੱਜ ਦੇ ਜੇ ਵਰਤਮਾਨ ਸਮੇਂ ਦੀ ਗੱਲ ਕਰੀਏ ਤਾਂ 17,000 ਕਰੋੜ ਤੋਂ ਘੱਟ ਨਹੀਂ ਹੋਣਗੇ, ਠੀਕ ਹੈ ਜੀ। ਇੰਨਾ ਪੈਸਾ ਉਸ ਸਮੇਂ ਜੋ ਮੁਗਲ ਸ਼ਾਸਕ ਸੀ ਅਕਬਰ, ਉਸ ਦੇ ਕੋਲੇ ਸੀ। ਇੱਕ ਸਾਲ ਦੀ ਆਮਦਨ ਆ ਜੀ, ਅਤੇ ਉਸ ਦੇ ਕੋਲੇ ਵੈਸੇ ਤਾਂ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਕਿੰਨੀ ਆਮਦਨ ਉਸ ਸਮੇਂ ਦੇ ਹਿਸਾਬ ਨਾਲ ਹੋਏਗੀ। ਇਸ ਲਈ ਜੀ ਐਡੇ ਐਡੇ ਮਹਿਲ ਬਣਾ ਦਿੰਦੇ ਸੀ ਜੋ ਇਹ ਸ਼ਾਸਕ ਹੁੰਦੇ ਸੀ। ਨਹੀਂ, ਅੱਜ ਦੇ ਸਮੇਂ 'ਚ ਤਾਂ ਇੰਨੀਆਂ ਚੀਜ਼ਾਂ ਬਣਾਉਣੀਆਂ ਬਹੁਤ ਮੁਸ਼ਕਿਲ ਆ ਇੰਨੇ ਪੈਸਿਆਂ ਦੇ ਨਾਲ। ਅੱਜ ਕੱਲ੍ਹ ਤਾਂ 17 ਕਰੋੜ ਦੇ ਵਿੱਚ ਇੱਕ ਚੰਗਾ ਬੰਗਲਾ ਨਹੀਂ ਬਣਦਾ, ਉਸ 'ਤੇ ਵੀ ਇਸ ਤੋਂ ਜ਼ਿਆਦਾ ਪੈਸਾ ਲੱਗ ਜਾਂਦਾ ਹੈ। ਹੁਣ ਆਪਾਂ ਪੜ੍ਹਦੇ ਹਾਂ ਜੀ ਕਿ ਅਕਬਰ ਨੇ ਰਾਜਪੂਤ ਖੇਤਰਾਂ ਦੇ ਉੱਪਰ ਕਿੱਦਾਂ ਜਿੱਤ ਪ੍ਰਾਪਤ ਕੀਤੀ। ਜਿਸ ਸਮੇਂ ਜੀ ਅਕਬਰ ਦਾ ਭਾਰਤ ਦੇ ਉੱਪਰ ਸ਼ਾਸਨ ਚੱਲ ਰਿਹਾ ਸੀ, ਤਾਂ ਉਸ ਸਮੇਂ ਭਾਰਤ ਦੇ ਇੱਕ ਵੱਡੇ ਖੇਤਰ ਦੇ ਉੱਪਰ ਰਾਜਪੂਤਾਂ ਦਾ ਸ਼ਾਸਨ ਸੀ। ਜੋ ਰਾਜਪੂਤ ਸੀ ਜੀ, ਇੱਕ ਲੜਾਕੂ ਜਾਤੀ ਸੀ, ਅਤੇ ਇਹਨਾਂ ਦੇ ਨਾਲ ਜੋ ਅਕਬਰ ਨੇ ਜੀ ਕੁਝ ਤੇਜ਼ ਬੁੱਧੀ ਦਾ ਆਪਣੀ ਦਾ ਇਸਤੇਮਾਲ ਕਰਕੇ ਇਹਨਾਂ ਦੇ ਨਾਲ ਮਿੱਤਰਤਾਪੂਰਨ ਸੰਬੰਧ ਵੀ ਕਾਇਮ ਕੀਤੇ, ਅਤੇ ਇਹਨਾਂ ਦੇ ਨਾਲ ਵਿਆਹ ਸੰਬੰਧ ਵੀ ਕਾਇਮ ਕੀਤੇ। ਉਸਨੇ ਜੀ ਵਿਆਹ ਅਤੇ ਮਿੱਤਰਤਾਪੂਰਨ ਸੰਬੰਧ ਇਸ ਲਈ ਕਾਇਮ ਕੀਤੇ ਸੀ ਕਿਉਂਕਿ ਉਹ ਰਾਜਪੂਤਾਂ ਦੇ ਨਾਲ ਜ਼ਿਆਦਾ ਲੜਾਈ ਨਹੀਂ ਕਰਨੀ ਚਾਹੁੰਦਾ ਸੀ। ਉਹਨੇ ਜੀ ਬਿਨਾਂ ਲੜਾਈ ਹੀ ਆਪਣੇ ਜੋ ਰਿਲੇਸ਼ਨ ਆ ਇਹਨਾਂ ਦੇ ਨਾਲ ਵਧੀਆ ਬਣਾ ਕੇ, ਰਾਜਪੂਤਾਂ ਦੇ ਨਾਲ ਵਧੀਆ ਬਣਾ ਕੇ ਆਪਣੇ ਸਾਮਰਾਜ ਨੂੰ ਬਹੁਤ ਜ਼ਿਆਦਾ ਫੈਲਾ ਲਿਆ ਸੀ। ਅਕਬਰ ਨੇ ਜੀ ਜਦੋਂ ਰਾਜਪੂਤਾਂ ਦੇ ਨਾਲ ਮਿੱਤਰਤਾਪੂਰਨ ਸੰਬੰਧ ਕਾਇਮ ਕੀਤੇ, ਤਾਂ ਉਸਨੇ ਕੀ ਕੀਤਾ ਜੀ ਕਿ ਜੋ ਵੱਖ-ਵੱਖ ਰਾਜਪੂਤ ਹੁੰਦੇ ਸੀ, ਜੋ ਉਸਦੀ ਅਕਬਰ ਦੀ ਅਧੀਨਤਾ ਸਵੀਕਾਰ ਕਰ ਲੈਂਦੇ ਸੀ, ਉਹ ਉਹਨਾਂ ਦੇ ਖੇਤਰ ਨੂੰ ਨਹੀਂ ਲੈਂਦਾ ਸੀ। ਅਕਬਰ ਉਹਨਾਂ ਰਾਜਪੂਤਾਂ ਨੂੰ ਹੀ ਕਹਿੰਦਾ ਸੀ ਕਿ ਤੁਸੀਂ ਆਪਣੇ ਜੋ ਖੇਤਰ ਆ ਉਸ ਦੇ ਉੱਪਰ ਸ਼ਾਸਨ ਕਰੋ, ਬਸ ਸਿਰਫ ਕੀ ਹੈ ਜੀ, ਮੈਨੂੰ ਆਪਣਾ ਜੋ ਰਾਜਾ ਹੈ ਉਸ ਨੂੰ ਮੈਨੂੰ ਆਪਣਾ ਰਾਜਾ ਸਵੀਕਾਰ ਕਰੋ, ਅਤੇ ਰਾਜਪੂਤ ਕਰ ਲੈਂਦੇ ਸੀ ਜੀ। ਇਸੇ ਤਰ੍ਹਾਂ ਜੋ ਅਕਬਰ ਹੈ, ਅਕਬਰ ਨੂੰ ਉਹਨਾਂ ਨਾਲ ਯੁੱਧ ਵੀ ਨਹੀਂ ਕਰਨਾ ਪੈਂਦਾ ਸੀ, ਅਤੇ ਉਹਨਾਂ ਦੇ ਅਕਬਰ ਦੇ ਨਾਲ ਜੋ ਸੰਬੰਧ ਆ ਉਹ ਵੀ ਮਿੱਤਰਤਾਪੂਰਨ ਹੋ ਜਾਂਦੇ ਸੀ। ਇਸ ਤੋਂ ਇਲਾਵਾ ਅਕਬਰ ਨੇ ਜੀ ਰਾਜਪੂਤ ਜੋ ਪਰਿਵਾਰ ਆ ਉਹਨਾਂ ਦੇ ਨਾਲ ਵਿਆਹ ਸੰਬੰਧ ਵੀ ਕਾਇਮ ਕੀਤੇ। ਇਸ ਦੇ ਬਾਰੇ ਦੇਖ ਲੈਂਦੇ ਹਾਂ। ਸਭ ਤੋਂ ਪਹਿਲਾਂ ਜੋ ਆਮੇਰ, ਜਾਂ ਜਿਸ ਨੂੰ ਜੈਪੁਰ ਦੇ ਰਾਜ ਦੇ ਨਾਮ ਨਾਲ ਜਾਣਦੇ ਆ ਜੀ, ਇੱਥੋਂ ਦਾ ਸ਼ਾਸਕ ਸੀ ਜਿਸ ਦਾ ਨਾਮ ਸੀ ਭਾਰਮਲ। ਭਾਰਮਲ ਨੇ ਜੀ ਅਕਬਰ ਦੀ ਅਧੀਨਤਾ ਸਵੀਕਾਰ ਕੀਤੀ, ਅਤੇ ਉਸਨੇ ਆਪਣੀ ਪੁੱਤਰੀ ਜਿਸ ਦਾ ਨਾਮ ਸੀ ਜੀ ਜੋਧਾਬਾਈ, ਉਸ ਦਾ ਵਿਆਹ ਵੀ ਅਕਬਰ ਦੇ ਨਾਲ ਕਰਵਾ ਦਿੱਤਾ।
ਇਸ ਦੇ ਬਾਰੇ ਹੀ ਮੂਵੀ ਬਣੀ ਸੀ ਜੀ ਯੋਧਾ ਅਕਬਰ, ਜਿਸ ਦੇ ਵਿੱਚ ਸਾਰੀ ਅਕਬਰ ਅਤੇ ਯੋਧਾ ਦੀ ਸਟੋਰੀ ਦੱਸੀ ਗਈ ਸੀ। ਇਹ ਯੋਧਾ ਬਾਈ ਜੋ ਇੱਕ ਰਾਜਪੂਤ ਇਸਤਰੀ ਸੀ, ਇਸੇ ਤੋਂ ਹੀ ਅੱਗੇ ਜੋ ਜਹਾਂਗੀਰ ਹੈ ਜੀ ਉਹ ਪੁੱਤਰ ਜਨਮ ਲੈਂਦਾ ਹੈ ਅਤੇ ਜਹਾਂਗੀਰ ਹੈ ਜੋ ਅਕਬਰ ਦਾ ਅੱਗੇ ਉੱਤਰਾਧਿਕਾਰੀ ਬਣਦਾ ਹੈ। ਠੀਕ ਹੈ ਜੀ। ਪਰ ਜੋ ਮੈਵਾੜ ਦੇ ਸ਼ਾਸਕ ਸੀ ਜੀ, ਜੋ ਮੈਵਾੜ ਦੇ ਰਾਜਪੂਤ ਸ਼ਾਸਕ ਸੀ, ਉਹਨਾਂ ਨੇ ਅਕਬਰ ਦੀ ਕਦੇ ਵੀ ਅਧੀਨਤਾ ਨਹੀਂ ਸਵੀਕਾਰ ਕੀਤੀ। ਜੋ ਸਾਰੇ ਰਾਜਪੂਤ ਸ਼ਾਸਕ ਸੀ ਉਹਨਾਂ ਨੇ ਨਹੀਂ ਅਕਬਰ ਦੀ ਅਧੀਨਤਾ ਸਵੀਕਾਰ ਕੀਤੀ। ਕੁਝ ਕੁ ਸੀ ਕਿ ਜੋ ਅਕਬਰ ਦੇ ਮਿੱਤਰ ਬਣ ਗਏ ਜਾਂ ਉਹਨਾਂ ਦੇ ਨਾਲ ਉਹਨਾਂ ਨੇ ਕੋਈ ਫੈਮਿਲੀ ਸੰਬੰਧ ਬਣ ਗਏ ਜੀ ਕਿੱਦਾਂ ਵੀ, ਪਰ ਜੋ ਸਾਰੇ ਰਾਜਪੂਤ ਸੀ ਉਹ ਕਦੇ ਵੀ ਅਕਬਰ ਦੇ ਹੱਕ ਦੇ ਵਿੱਚ ਨਹੀਂ ਗਏ ਸੀ। ਇਸੇ ਤਰ੍ਹਾਂ ਕੀ ਸੀ, ਜੋ ਮੈਵਾੜ ਦੇ ਰਾਜਪੂਤ ਸ਼ਾਸਕ ਸੀ ਉਹਨਾਂ ਦੀ ਅਕਬਰ ਦੇ ਨਾਲ ਕਦੇ ਵੀ ਨਹੀਂ ਬਣੀ ਅਤੇ ਉਹਨਾਂ ਦੇ ਸਮੇਂ-ਸਮੇਂ 'ਤੇ ਅਕਬਰ ਦੇ ਨਾਲ ਯੁੱਧ ਹੁੰਦੇ ਰਹੇ। ਮੈਵਾੜ ਦੇ ਨਾਲ ਕਿਸ ਤਰ੍ਹਾਂ ਦੇ ਯੁੱਧ ਹੋਏ ਆ ਜੀ, ਕਿਹੜੇ-ਕਿਹੜੇ ਯੁੱਧ ਹੋਇਆ, ਉਹ ਆਪਾਂ ਨੈਕਸਟ ਸਲਾਈਡ ਦੇ ਵਿੱਚ ਵੇਖਦੇ ਹਾਂ। ਹੁਣ ਵੇਖਦੇ ਹਾਂ ਜੀ ਕਿ ਅਕਬਰ ਦੇ ਮੈਵਾੜ ਦੇ ਨਾਲ ਸੰਘਰਸ਼ ਕਿਸ ਤਰ੍ਹਾਂ ਚੱਲਦੇ ਰਹੇ। ਮੁਗਲਾਂ ਦਾ ਮੈਵਾੜ ਦੇ ਨਾਲ ਸੰਘਰਸ਼ ਜੀ ਬਾਬਰ ਦੇ ਸਮੇਂ ਤੋਂ ਹੀ ਚੱਲਦਾ ਆ ਰਿਹਾ ਸੀ। ਜੋ ਮੁਗਲ ਵੰਸ਼ ਦਾ ਪਹਿਲਾ ਸੰਸਥਾਪਕ ਸੀ ਜੀ ਜਾਂ ਪਹਿਲਾ ਸ਼ਾਸਕ ਸੀ ਬਾਬਰ, ਉਸ ਦੇ ਸਮੇਂ ਤੋਂ ਹੀ ਜੋ ਮੈਵਾੜ ਦੇ ਸ਼ਾਸਕ ਆ, ਜੋ ਮੈਵਾੜ ਦੇ ਰਾਜਪੂਤ ਆ ਅਤੇ ਮੁਗਲ ਜੋ ਇਹ ਸ਼ਾਸਕ ਸੀ, ਇਹਨਾਂ ਦੇ ਵਿੱਚ ਯੁੱਧ ਚੱਲਦੇ ਆ ਰਹੇ ਸੀ। ਜੋ ਮੈਵਾੜ ਦਾ ਸ਼ਾਸਕ ਹੈ ਜੀ ਉਦੈ ਸਿੰਘ, ਜੋ ਉਸ ਸਮੇਂ ਅਕਬਰ ਦੇ ਸਮੇਂ ਰਾਜ ਕਰ ਰਿਹਾ ਸੀ, ਉਸ ਦਾ ਪਿਤਾ ਰਾਣਾ ਸਾਂਘਾ ਸੀ ਜੀ ਅਤੇ ਉਹ 1527 ਈਸਵੀ ਦੇ ਵਿੱਚ ਜੀ ਬਾਬਰ ਦੇ ਨਾਲ ਯੁੱਧ ਦੇ ਵਿੱਚ ਲੜਦਾ ਹੋਇਆ ਮਾਰਿਆ ਗਿਆ ਸੀ। ਇਸੇ ਤਰ੍ਹਾਂ ਇਹਨਾਂ ਦੀ ਦੁਸ਼ਮਣੀ ਬਹੁਤ ਪੁਰਾਣੇ ਸਮੇਂ ਤੋਂ ਚੱਲੀ ਆ ਰਹੀ ਸੀ। ਵੈਸੇ 1527 ਈਸਵੀ ਦੇ ਵਿੱਚ ਬਾਬਰ ਦੇ ਨਾਲ ਕਿਹੜਾ ਮਹਾਰਾਣਾ ਸਾਂਘਾ ਦਾ ਜਿਹੜਾ ਇਹ ਯੁੱਧ ਹੋਇਆ ਸੀ ਜੀ, ਇਸ ਦਾ ਨਾਮ ਤੁਸੀਂ ਪਲੀਜ਼ ਕਮੈਂਟਸ ਦੇ ਵਿੱਚ ਦੱਸ ਦੇਣਾ। ਇਹਨੂੰ ਵੀ ਤੁਸੀਂ ਪ੍ਰਸ਼ਨ ਨੂੰ ਨੋਟ ਕਰ ਲਓ ਜੀ। ਠੀਕ ਹੈ, ਅੱਜ ਦਾ ਆਪਣਾ ਚੌਥਾ ਜਾਂ ਪੰਜਵਾਂ ਪ੍ਰਸ਼ਨ ਹੋ ਗਿਆ ਹੋਣਾ, ਪਰ ਤੁਸੀਂ ਇਸ ਦਾ ਆਨਸਰ ਜ਼ਰੂਰ ਦੇਣਾ ਹੈ। ਅਕਬਰ ਨੇ ਜੀ 1576 ਈਸਵੀ ਦੇ ਵਿੱਚ ਚਿਤੌੜਗੜ੍ਹ ਦੇ ਕਿਲ੍ਹੇ 'ਤੇ ਕਬਜ਼ਾ ਕੀਤਾ। ਉਸ ਸਮੇਂ ਜੋ ਉਦੈ ਸਿੰਘ ਸੀ ਜੀ ਉਹ ਚਿਤੌੜਗੜ੍ਹ ਦੇ ਕਿਲ੍ਹੇ ਦੇ ਵਿੱਚੋਂ ਭੱਜ ਗਿਆ ਸੀ, ਜੋ ਉਸ ਸਮੇਂ ਮੈਵਾੜ ਦੇ ਖੇਤਰ ਦੇ ਉੱਪਰ ਸ਼ਾਸਨ ਕਰ ਰਿਹਾ ਸੀ। ਇਸ ਤੋਂ ਬਾਅਦ ਕੀ ਹੁੰਦਾ ਜੀ, ਸਮੇਂ-ਸਮੇਂ 'ਤੇ ਮੈਵਾੜ ਦੇ ਉੱਪਰ ਜੋ ਅਕਬਰ ਹੈ ਜੀ ਇਸ ਦੇ ਦੁਆਰਾ ਹੋਰ ਵੀ ਹਮਲੇ ਹੁੰਦੇ ਰਹੇ, ਪਰ ਆਪਾਂ ਇਹਨਾਂ ਦੇ ਵਿੱਚੋਂ ਇੱਕ ਦੋ ਮੁੱਖ ਨੂੰ ਹੀ ਪੜ੍ਹਦੇ ਹਾਂ ਜੀ। ਇਸ ਤੋਂ ਬਾਅਦ ਕੀ ਹੋਇਆ ਸੀ ਜੀ, ਮੈਵਾੜ ਦਾ ਸ਼ਾਸਕ ਜੋ ਉਦੈ ਸਿੰਘ ਸੀ, ਉਸ ਤੋਂ ਬਾਅਦ ਉਸ ਦਾ ਪੁੱਤਰ ਜਾਂ ਉਸ ਦਾ ਉੱਤਰਾਧਿਕਾਰੀ ਆ ਜਾਂਦਾ ਹੈ ਜੀ ਪ੍ਰਤਾਪ ਸਿੰਘ। ਉਸ ਦੇ ਨਾਲ ਅਕਬਰ ਦਾ ਯੁੱਧ ਹੁੰਦਾ ਹੈ ਜਿਹੜਾ ਹੋਇਆ ਸੀ ਜੀ 1576 ਈਸਵੀ ਦੇ ਵਿੱਚ। ਇਸ ਯੁੱਧ ਨੂੰ ਜੀ ਹਲਦੀ ਘਾਟੀ ਦਾ ਯੁੱਧ ਕਿਹਾ ਜਾਂਦਾ ਹੈ। ਜੇ ਪੁੱਛਿਆ ਜਾਵੇ ਕਿ ਇਹ ਕਈ ਵਾਰ ਪ੍ਰਸ਼ਨ ਆ ਜਾਂਦਾ ਜੀ ਕਿ ਹਲਦੀ ਘਾਟੀ ਦਾ ਯੁੱਧ ਕਿਸ ਕਿਸ ਦੇ ਵਿਚਕਾਰ ਹੋਇਆ ਸੀ, ਤੇ ਇਹ ਹੋਇਆ ਸੀ ਜੀ ਅਕਬਰ ਅਤੇ ਮੈਵਾੜ ਦੇ ਸ਼ਾਸਕ ਜਿਸ ਦਾ ਨਾਮ ਸੀ ਜੀ ਪ੍ਰਤਾਪ ਸਿੰਘ, ਜੋ ਉਦੈ ਸਿੰਘ ਦਾ ਪੁੱਤਰ ਸੀ, ਉਹਨਾਂ ਦੇ ਵਿਚਕਾਰ। ਇਸ ਦੇ ਵਿੱਚ ਵੀ ਕੀ ਹੁੰਦਾ ਜੀ, ਮੁਗਲ ਸੈਨਾ ਜਿੱਤ ਜਾਂਦੀ ਹੈ ਅਤੇ ਜੋ ਪ੍ਰਤਾਪ ਸਿੰਘ ਆ ਉਹ ਇੱਥੋਂ ਭੱਜ ਜਾਂਦਾ ਹੈ। ਪਰ ਇਸ ਸਮੇਂ ਵੀ ਕੀ ਸੀ ਕਿ ਜੋ ਅਕਬਰ ਸੀ ਇਹ ਸਿਰਫ ਥੋੜ੍ਹੇ ਖੇਤਰ ਨੂੰ ਹੀ ਮੈਵਾੜ ਦੇ ਨੂੰ ਜਿੱਤ ਸਕਦਾ ਸੀ, ਜਾਂ ਜਿੱਤ ਸਕਿਆ ਸੀ, ਉਹ ਪੂਰੇ ਖੇਤਰ ਨੂੰ ਨਹੀਂ ਜਿੱਤ ਸਕਿਆ ਸੀ। ਅਕਬਰ ਦੇ ਸ਼ਾਸਨ ਦੇ ਪੂਰੇ 50 ਸਾਲ ਦੇ ਸਮੇਂ ਦੇ ਵਿੱਚ ਜੀ ਉਸ ਦੇ ਵਾਰ-ਵਾਰ ਜੋ ਇਹ ਮੈਵਾੜ ਦੇ ਸ਼ਾਸਕ ਇਹਨਾਂ ਨਾਲ ਯੁੱਧ ਹੁੰਦੇ ਰਹੇ, ਪਰ ਉਹ ਪੂਰੇ ਮੈਵਾੜ ਨੂੰ ਕਦੇ ਵੀ ਆਪਣੇ ਅਧੀਨ ਨਹੀਂ ਕਰ ਸਕੇ। ਉਹ ਥੋੜ੍ਹੇ ਬਹੁਤ ਏਰੀਏ ਨੂੰ ਜੋ ਅਕਬਰ ਆ ਜੀ ਉਹ ਜਿੱਤ ਲੈਂਦਾ ਸੀ, ਉਸ ਤੋਂ ਬਾਅਦ ਫਿਰ ਜੋ ਰਾਜਪੂਤ ਸੀ ਉਸ ਨੂੰ ਦੁਬਾਰਾ ਜਿੱਤ ਲੈਂਦੇ ਸੀ। ਇਸੇ ਤਰ੍ਹਾਂ ਹੀ ਇਹ ਸਿਲਸਿਲਾ ਚੱਲਦਾ ਰਿਹਾ, ਪਰ ਕਦੇ ਵੀ ਪੂਰਾ ਮੈਵਾੜ ਹੈ ਜੋ ਇਹ ਅਕਬਰ ਦੇ ਦੁਆਰਾ ਨਹੀਂ ਜਿੱਤਿਆ ਗਿਆ ਸੀ। ਅਕਬਰ ਨੇ 1572 ਈਸਵੀ ਦੇ ਵਿੱਚ ਜੀ ਗੁਜਰਾਤ ਪ੍ਰਦੇਸ਼ ਨੂੰ ਜਿੱਤ ਲਿਆ ਸੀ। ਇਸ ਸਮੇਂ ਹੀ ਅਕਬਰ ਨੇ ਪਹਿਲੀ ਵਾਰੀ ਸਮੁੰਦਰ ਨੂੰ ਵੇਖਿਆ ਸੀ, ਕਿਉਂਕਿ ਆਪਾਂ ਜਾਣਦੇ ਹਾਂ ਕਿ ਜੋ ਗੁਜਰਾਤ ਦਾ ਏਰੀਆ ਜੀ ਉਸ ਦੇ ਨਾਲ ਸਮੁੰਦਰ ਲੱਗਦਾ ਹੈ। ਜਿੱਥੇ ਗੁਜਰਾਤ ਖਤਮ ਹੁੰਦਾ ਹੈ ਉਸ ਤੋਂ ਅੱਗੇ ਜੋ ਅਰਬ ਸਾਗਰ ਹੈ ਜੀ ਉਹ ਆ ਜਾਂਦਾ ਹੈ। ਇਸ ਲਈ ਜੋ ਇਹ ਅਕਬਰ ਸੀ ਇਸਨੇ ਪਹਿਲੀ ਵਾਰ ਇਸ ਆਪਣੀ ਲਾਈਫ ਦੇ ਵਿੱਚ ਇੱਥੇ ਸਮੁੰਦਰ ਨੂੰ ਦੇਖਿਆ ਸੀ ਗੁਜਰਾਤ ਦੇ ਵਿੱਚ। ਅਕਬਰ ਦਾ ਜੋ ਆਖਰੀ ਹਮਲਾ ਹੋਇਆ ਜੀ ਇਹ ਦੱਖਣੀ ਭਾਰਤ ਦੇ ਵਿੱਚ ਹੋਇਆ ਸੀ ਅਸੀਰਗੜ੍ਹ ਨਾਮ ਦੇ ਸਥਾਨ 'ਤੇ। ਇਹ ਕਈ ਵਾਰ ਪੁੱਛ ਲੈਂਦਾ ਕਿ ਅਕਬਰ ਦੇ ਜੋ ਲਾਈਫ ਦਾ ਆਖਰੀ ਹਮਲਾ ਸੀ ਇਹ ਕਿਹੜਾ ਸੀ, ਤਾਂ ਇਹ ਦੱਖਣੀ ਭਾਰਤ ਦੇ ਵਿੱਚ ਸੀ ਜੀ ਅਸੀਰਗੜ੍ਹ ਨਾਮ ਦੀ ਸਥਾਨ 'ਤੇ। ਠੀਕ ਹੈ ਜੀ। ਹੁਣ ਆਪਾਂ ਜਾਣਦੇ ਹਾਂ ਕਿ ਅਕਬਰ ਦੀ ਮੌਤ ਕਿਸ ਤਰ੍ਹਾਂ ਹੋਈ। ਅਕਬਰ ਦੀ ਮੌਤ ਹੋਈ ਸੀ ਜੀ ਪੇਚਸ ਨਾਂ ਦੀ ਬਿਮਾਰੀ ਕਾਰਨ, ਜਿਹੜੀ ਹੋਈ ਸੀ 1605 ਈਸਵੀ ਦੇ ਵਿੱਚ। ਠੀਕ ਹੈ ਜੀ। 1556 ਈਸਵੀ ਦੇ ਵਿੱਚ ਇਹ ਸ਼ਾਸਕ ਬਣਿਆ ਅਤੇ 1605 ਈਸਵੀ ਦੇ ਵਿੱਚ ਇਸ ਦੀ ਮੌਤ ਹੋ ਗਈ। ਲਗਭਗ ਜੀ ਇਸ ਦਾ 49 to 50 ਈਅਰਸ ਦਾ ਜਿਹੜਾ ਸੀ ਸਾਰਾ ਇਹ ਸ਼ਾਸਨ ਦਾ ਸਮਾਂ ਸੀ। 49 ਤੋਂ 50 ਸਾਲ ਦਾ ਇਹਦਾ ਸਮਾਂ ਸੀ। ਵੈਸੇ ਰਾਊਂਡ ਫਿਗਰ ਆਪਾਂ 50 ਸਾਲ ਹੀ ਮੰਨ ਲੈਂਦੇ ਹਾਂ। ਅਕਬਰ ਨੂੰ ਜੀ ਆਗਰਾ ਦੇ ਸਿਕੰਦਰਾ ਨਾਮ ਦੇ ਸਥਾਨ 'ਤੇ ਦਫਨਾਇਆ ਗਿਆ। ਆਗਰਾ ਦੇ ਵਿੱਚ ਜੀ ਆਗਰਾ ਸ਼ਹਿਰ ਦੇ ਵਿੱਚ ਇਸ ਨੂੰ ਸਿਕੰਦਰਾ ਨਾਮ ਦੇ ਇੱਕ ਸਥਾਨ ਦੇ ਉੱਪਰ ਅਕਬਰ ਨੂੰ ਦਫਨਾਇਆ ਗਿਆ ਹੈ। ਇੱਥੇ ਹੀ ਆਪਣੀ ਅੱਜ ਦੀ ਜੀ ਫਸਟ ਪਾਰਟ ਦੀ ਅਕਬਰ ਦੀ ਵੀਡੀਓ ਸਮਾਪਤ ਹੁੰਦੀ ਹੈ। ਸੈਕਿੰਡ ਪਾਰਟ ਦੇ ਵਿੱਚ ਆਪਾਂ ਪੜ੍ਹਾਂਗੇ ਜੀ ਕਿ ਅਕਬਰ ਦੇ ਦੁਆਰਾ ਕਿਹੜੇ ਕਿਹੜੇ ਸੁਧਾਰ ਕੀਤੇ ਗਏ ਆ, ਕੀ ਕੀ ਇਸਨੇ ਕੰਮ ਕੀਤੇ, ਇਸ ਦੇ 9 ਰਤਨ ਕੀ ਸੀ, ਇਸ ਦੇ ਦੁਆਰਾ ਜੋ ਵੀ ਸਾਰੇ ਕੰਮ ਕਰ ਕੀਤੇ ਗਏ ਉਹਨਾਂ ਨੂੰ ਆਪਾਂ ਅਗਲੀ ਵੀਡੀਓ ਦੇ ਵਿੱਚ ਕਾਫੀ ਡਿਟੇਲ ਦੇ ਨਾਲ ਪੜ੍ਹਾਂਗੇ। ਉਹਨਾਂ ਕੰਮਾਂ ਕਰਕੇ ਹੀ ਅਕਬਰ ਨੂੰ ਜੀ ਅਕਬਰ ਮਹਾਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਜੇਕਰ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗ ਰਹੀ ਹੈ ਤਾਂ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ, ਅਤੇ ਵੀਡੀਓ ਵਧੀਆ ਲੱਗੇ ਤਾਂ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਜ਼ਰੂਰ ਕਰਨਾ। ਅਤੇ ਜੋ ਵੀ ਪ੍ਰਸ਼ਨ ਜੀ ਵੀਡੀਓ ਦੇ ਵਿੱਚ ਪੁੱਛੇ ਗਏ ਆ ਉਹਨਾਂ ਨੂੰ ਤੁਸੀਂ ਕਮੈਂਟਸ ਦੇ ਵਿੱਚ ਉਹਨਾਂ ਨੇ ਆਨਸਰ ਜ਼ਰੂਰ ਦੇਣੇ ਆ, ਚਾਹੇ ਪੰਜਾਬੀ ਦੇ ਵਿੱਚ ਲਿਖੋ ਚਾਹੇ ਇੰਗਲਿਸ਼ ਦੇ ਵਿੱਚ ਲਿਖੋ। ਥੋੜ੍ਹੇ ਬਹੁਤੇ ਸਪੈਲਿੰਗ ਇੱਧਰ ਉੱਧਰ ਹੋ ਗਏ ਜੀ, ਕੋਈ ਗੱਲ ਨਹੀਂ, ਮੈਂ ਸਮਝ ਲਾਂਗਾ, ਕੋਈ ਪ੍ਰੋਬਲਮ ਨਹੀਂ ਹੈ, ਪਰ ਤੁਸੀਂ ਆਨਸਰ ਸਾਰਿਆਂ ਨੇ ਜ਼ਰੂਰ ਦੇਣੇ ਆ। ਅਤੇ ਜੇਕਰ ਇੱਥੇ ਤੱਕ ਤੁਸੀਂ ਵੀਡੀਓ ਦੇਖ ਹੀ ਲਈ ਹੈ ਤਾਂ ਜੀ ਪੰਜਾਬ ਐਜੂਕੇਸ਼ਨ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ, ਅਤੇ ਨਾਲ ਵਾਲਾ ਬੈਲ ਆਈਕਨ ਵੀ ਪ੍ਰੈਸ ਕਰ ਲਓ। ਸਾਰੀਆਂ ਹੀ ਵੀਡੀਓਜ਼ ਦਾ ਜੀ ਫ੍ਰੀ ਆਫ ਕਾਸਟ PDF ਲੈਣ ਲਈ ਪੰਜਾਬ ਐਜੂਕੇਸ਼ਨ ਚੈਨਲ ਨੂੰ ਹੁਣ ਤੁਸੀਂ ਟੈਲੀਗ੍ਰਾਮ 'ਤੇ ਵੀ ਜੁਆਇਨ ਕਰ ਸਕਦੇ ਹੋ।
सकते हो, जिसका लिंक तुहानूं नीचे डिस्क्रिप्शन बॉक्स दे विच मिल जाएगा। जेकर लिंक वो ना चले तो जी तुसीं टैलीग्राम ऐप के उपर जाके पंजाब एजुकेशन लिख के सर्च करना, सेम लोगो है जी ब्लू कलर का पंजाब एजुकेशन लिखा आएगा, उसनूं ज्वाइन करो तो सारिया ही वीडियोज़ की PDF तुसीं फ्री ऑफ कॉस्ट ले सकते हो।